गुरु साहिब जी सुखी बसै मसकीनिया आप निवारत ले बड़े बड़े अहंकारिया नानक गर्भ गले दीन दर्द दुख भंजन घट घट नाथ अना शरण तुम्हारी नानक के प्रभु सतपुरख जिन जानिया सतगुर तिसका नाम तिसकै संग सिख उधर नानक हर गुण बहु शास्त्र बहु सिमरती भिखै सरबटन पूज सनाही हर नानक नाम पूरा प्रभ आराध्या पूरा जाका नाम नानक पूरा पाया पूरे के गुण गाओ सुकाओ टल गुर सेवियै ऐनस सहज सुभाए दर्शन परसियै गुरु के जन्म मरण दुख जाए सिफत समधि नूर अरसों कुरसों झटियै तुद डिठे सच्चे पातशाह माल जन्म जन्म दी कटियै डिठे सच्चे पातशाह माल जन्म जन्म दी कटियै। सतनाम श्री वाहिगुरु साहिब जीओ। सोही महला पहला भांडा अच्छा सोए जो तिस भावसी भांडा आत्मलीन धोता हच्छा न होए सी गुरु द्वारे होए सोजी पाए सी एत द्वारे धोए हच्छा होए सी भांडा हच्छा सोए जो तिस भावसी। वाहिगुरु जी का खालसा वाहिगुरु जी की फतेह। वालिए कुल आलम सरवरे कायनात जुगो जुग अटल गरीब नवाज गुरु ग्रंथ साहिब जियां दी पावन पवित्र हजूरी अंदर शोभत हो रही गुरु की संगत आप संगत ने सतगुरां दे दरबार विच बैठ के गुरबाणी दे रस भिन्ने कीर्तन शब्द सरवण कीते। इस वेले सतगुरु जी सानू पावन पवित्र गुरबाणी दी जो कथा विचार है वो बख्शिश कर रहे ने। आओ कुछ समय लिए अपने मन का ध्यान टकाइए भावना दे नाल सतगुरां दे अमृत बचन सरवण करिए मिल के आखिए सतनाम श्री वाहिगुरु साहिब जी। सतनाम श्री वाहिगुरु साहिब जीओ। सोही महला पहला पहले पातशाह साहिब गुरु नानक देव जी का ये पावन पवित्र शब्द आपां सरवण करन जा रहे हाँ। सतगुरां ने 730 अंग दे उपर ये जो शब्द है वो अंकित किया है।
ਸੋ ਅੱਜ ਦਾ ਇਹ ਜੋ ਮੁੱਖ ਵਾਕ ਸਾਨੂੰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ 730 ਅੰਗ ਦੇ ਉੱਪਰ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਸੂਹੀ ਰਾਗ ਦੇ ਅੰਦਰ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਸਤਿਗੁਰੂ ਕਹਿਣ ਲੱਗੇ ਭਾਂਡਾ ਕੀ ਹੈ? ਇਹ ਜੋ ਸਾਡਾ ਅੰਤःਕਰਨ ਹੈ। ਸਤਿਗੁਰੂ ਫਰਮਾਉਂਦੇ ਕਹਿਣ ਲੱਗੇ ਉਹ ਭਾਂਡਾ ਹੱਛਾ ਕਹੀਏ ਸ਼ੁੱਧ ਹੈ। ਹਿਰਦੈ ਰੂਪੀ ਭਾਂਡਾ, ਅੰਤःਕਰਨ ਰੂਪੀ ਭਾਂਡਾ ਸ਼ੁੱਧ ਉਹ ਮੰਨਿਆ ਜਾਏਗਾ ਜੋ ਤਿਸ ਭਾਵ ਸੀ, ਜਿਹੜਾ ਪਰਮਾਤਮਾ ਨੂੰ ਭਾ ਗਿਆ। ਜਿਸ ਦਾ ਅੰਤःਕਰਨ ਸ਼ੁੱਧ ਹੋਵੇਗਾ ਉੱਥੇ ਪਰਮਾਤਮਾ ਦਾ ਨਿਵਾਸ ਹੋਵੇਗਾ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ, ਨਿਤਰੀ ਸਤਿਗੁਰ ਪੇਖਣਾ ਸਰਵਨੀ ਸੁਨਣਾ ਗੁਰ ਨਾਉ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਪੁੱਛਿਆ ਸੰਗਤਾਂ ਸਿੱਖਾਂ ਨੇ ਵੀ ਪਰਮਾਤਮਾ ਵਸਦਾ ਕਿੱਥੇ ਹੈ? ਉਹਦੇ ਰਹਿਣ ਦੀ ਜਗ੍ਹਾ ਕਿਹੜੀ ਹੈ? ਕਿੱਥੇ ਉਹ ਨਿਵਾਸ ਕਰਦਾ, ਕਿੱਥੇ ਉਹ ਰਹਿੰਦਾ ਹੈ? ਆਪ ਜੀ ਦੱਸੋ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਪਹਿਲਾ ਬਚਨ ਕਹਿਣ ਲੱਗੇ ਅੰਤਰ ਗੁਰ ਆਰਾਧਨਾ। ਜਿਹੜਾ ਵਿਅਕਤੀ ਆਪਣੇ ਅੰਦਰ ਹਿਰਦੇ ਵਿੱਚ ਪਰਮਾਤਮਾ ਨੂੰ ਆਰਾਧਦਾ ਪਿਆ ਨਾ, ਯਾਦ ਕਰਦਾ ਪਿਆ, ਉਹਦੇ ਹਿਰਦੇ ਵਿੱਚ ਪਰਮਾਤਮਾ ਨਿਵਾਸ ਕਰਦਾ ਪਿਆ ਹੈ। ਇਹ ਹੈ ਪਰਮਾਤਮਾ ਦਾ ਨਿਵਾਸ ਸਥਾਨ, ਜਿੱਥੇ ਉਸਨੇ ਰਹਿਣਾ ਹੈ। ਉਹਨੂੰ ਕਹਿ ਦਿੰਦੇ ਨੇ ਅੰਤःਕਰਨ। ਪਰ ਜਿਹਦਾ ਉਹ ਅੰਦਰੋਂ ਹੀ ਮੈਲਾ ਹੈ, ਜਿਹਦੇ ਅੰਦਰ ਵਿਕਾਰ ਭਰੇ ਹੋਏ, ਪਾਪ ਭਰੇ ਹੋਏ, ਜਿਹਦਾ ਮਨ ਹੀ ਮੈਲਾ, ਹਿਰਦਾ ਮੈਲਾ, ਫਿਰ ਪਰਮਾਤਮਾ ਨਿਵਾਸ ਉੱਥੇ ਕਿਵੇਂ ਕਰੇਗਾ? ਬਿਲਕੁਲ ਨਹੀਂ ਹੋਵੇਗਾ। ਮਹਾਰਾਜ ਕਹਿਣ ਲੱਗੇ ਭਾਂਡਾ ਹੱਛਾ ਸੋਏ, ਉਹ ਅੰਤःਕਰਨ ਰੂਪੀ ਭਾਂਡਾ ਹੱਛਾ ਕਹੀਏ ਸ਼ੁੱਧ ਹੈ, ਜੋ ਤਿਸ ਭਾਵ ਸੀ, ਜੋ ਪਰਮਾਤਮਾ ਨੂੰ ਹਿਰਦਾ ਭਾਉਂਦਾ ਹੈ, ਉਹ ਮਨ ਸ਼ੁੱਧ ਸਾਫ ਹੈ। ਜੋ ਤਿਸ ਭਾਵ ਸੀ ਭਾਂਡਾ ਆਤਮਲੀਨ, ਧੋਤਾ ਹੱਛਾ ਨਾ ਹੋਏ ਸੀ। ਸਤਿਗੁਰੂ ਅਗਲਾ ਬਚਨ ਕਰਦੇ ਕਹਿਣ ਲੱਗੇ ਇਹ ਅੰਤःਕਰਨ ਰੂਪੀ ਭਾਂਡਾ, ਅਤ ਤੋਂ ਭਾਵ ਹੁੰਦਾ ਬਹੁਤੇ ਪਾਪਾਂ ਕਰਕੇ ਮਲੀਨ ਹੋ ਚੁੱਕਿਆ। ਅਸੀਂ ਜ਼ਿੰਦਗੀ ਵਿੱਚ ਕਿੰਨੇ ਪਾਪ ਹੁਣ ਤੱਕ ਕੀਤੇ, ਕਿੰਨੇ ਅੱਗੇ ਕਰਨੇ, ਬੇਹਿਸਾਬ ਨੇ। ਪਿਛਲੇ ਜਿਹੜੇ ਜਨਮ ਅਸੀਂ ਲੈ ਕੇ ਆਏ ਆ, ਉਹਨਾਂ ਜਨਮਾਂ ਵਿੱਚ ਕਿੰਨੇ ਪਾਪ ਦੇ ਕਰਮ ਕੀਤੇ, ਉਹ ਵੀ ਸਾਡੇ ਨਾਲ ਹੀ ਬੱਧੇ ਹੋਏ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਸਮੁੰਦਰ ਦੇ ਪਾਣੀ ਦਾ ਕੋਈ ਪੂਰਨ ਤੌਰ ਤੇ ਵਰਣਨ ਨਹੀਂ ਕਰ ਸਕਦਾ ਵੀ ਉਹ ਕਿੰਨੇ ਕਿਲੋ ਹੈ, ਕਿੰਨੇ ਲੀਟਰ ਪਾਣੀ ਹੈ ਸਮੁੰਦਰ ਵਿੱਚ। ਅੰਦਾਜ਼ਾ ਮਾਰ ਦੇਣਗੇ ਇੰਨਾ ਹੋਵੇਗਾ। ਸਤਿਗੁਰੂ ਕਹਿਣ ਲੱਗੇ ਬੰਦਿਆ ਤੇਰੇ ਪਾਪ ਤੇ ਤੇਰੇ ਜਿਹੜੇ ਔਗਣ ਨੇ ਨਾ, ਇਹਨਾਂ ਦੀ ਗਿਣਤੀ ਵੀ ਕੋਈ ਨਹੀਂ ਹੈ, ਗਿਣ ਕੋਈ ਨਹੀਂ ਸਕਦਾ ਵੀ ਕਿੰਨੇ ਕੀਤੇ। ਮਹਾਰਾਜ ਨੂੰ ਪੁੱਛਿਆ ਸਤਿਗੁਰੂ ਇਹ ਮਨ ਮੈਲਾ ਕਿਉਂ ਹੋ ਗਿਆ? ਮਹਾਰਾਜ ਕਹਿਣ ਲੱਗੇ ਮਨ ਮੈਲੇ ਹੋਣ ਦਾ ਕਾਰਨ ਇਹ ਹੈ ਭਾਂਡਾ ਅਤ ਮਲੀਨ, ਤੇਰਾ ਹਿਰਦੇ ਰੂਪੀ ਭਾਂਡਾ ਮੈਲਾ ਤਾਂ ਹੋਇਆ ਹੈ ਕਿਉਂਕਿ ਤੂੰ ਕਈਆਂ ਜਨਮਾਂ ਵਿੱਚ ਬਹੁਤੇ ਪਾਪ ਕੀਤੇ ਨੇ, ਉਹਨਾਂ ਪਾਪਾਂ ਕਰਕੇ ਮੈਲ ਲੱਗੀ ਹੋਈ ਹੈ, ਤਾਂ ਇਹ ਮੈਲਾ ਹੋ ਗਿਆ। ਸਾਡਾ ਭਾਂਡਾ ਜਾਂ ਕੱਪੜਾ ਮੈਲਾ ਹੋ ਜਾਵੇ ਨਾ ਤਾਂ ਅਸੀਂ ਧੋ ਲੈਂਦੇ ਤੇ ਸਾਫ਼ ਹੋ ਜਾਂਦਾ। ਫਿਰ ਸਤਿਗੁਰੂ ਨੂੰ ਪੁੱਛਿਆ ਮਹਾਰਾਜ ਕੀ ਕਰੀਏ ਜਿਹਦੇ ਕਰਕੇ ਇਹ ਮਨ ਧੋਤਾ ਜਾਵੇ, ਮੈਲ ਉਤਰ ਜਾਵੇ? ਆਪ ਜੀ ਦੱਸਣਾ ਕਰੋ। ਗੁਰੂ ਦੁਆਰੇ ਹੋਏ ਸੋਜੀ ਪਾਏ ਸੀ, ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਏ ਸੀ। ਗੁਰੂ ਮਹਾਰਾਜ ਕਹਿਣ ਲੱਗੇ ਤੂੰ ਤੀਰਥਾਂ ਦੀ ਯਾਤਰਾ ਤੇ ਜਾ ਕੇ ਨਾ ਉੱਥੇ ਇਸ਼ਨਾਨ ਕਰ, ਮਲ ਕੇ ਚੰਗੀ ਤਰ੍ਹਾਂ। ਇਸ ਤਰ੍ਹਾਂ ਤੇਰਾ ਮਨ ਨਿਰਮਲ ਕੋਈ ਨਹੀਂ ਹੋਣਾ, ਮਨ ਸਾਫ਼ ਨਹੀਂ ਹੋਣਾ, ਮਨ ਵਿੱਚ ਉੱਦਾਂ ਹੀ ਕੁੜੱਤਣ ਰਹਿਣੀ ਹੈ। ਜਪ ਕਰ ਲਾ, ਤਪ ਕਰ ਲਾ, ਵਰਤ ਰੱਖ ਲਾ, ਤੀਰਥ ਯਾਤਰਾ ਕਰਕੇ ਆ, ਫਿਰ ਤੂੰ ਇਹ ਗੱਲ ਕਹਿ ਵੀ ਮੇਰਾ ਮਨ ਸ਼ੁੱਧ ਹੋ ਗਿਆ ਤੇ ਸਾਫ਼ ਹੋ ਗਿਆ, ਬਿਲਕੁਲ ਨਹੀਂ ਹੋਵੇਗਾ।
ਅਸੀਂ ਤੇ ਤੀਰਥ ਯਾਤਰਾ ਕਰਨ ਵੇਲੇ ਜਦੋਂ ਜਾਂਦੇ ਹਾਂ ਉਦੋਂ ਵੀ ਸਾਡੇ ਮਨ ਵਿੱਚ ਦੂਜੇ ਦੇ ਪ੍ਰਤੀ ਈਰਖਾ ਭਰੀ ਹੈ, ਨਫ਼ਰਤ ਭਰੀ ਹੈ। ਜਾਂਦਿਆਂ ਵੀ ਲੜਦੇ, ਕੁੜ ਕਰਦੇ ਜਾਂਦੇ, ਆਉਂਦਿਆਂ ਵੀ ਲੜਦੇ ਆਉਂਦੇ। ਉੱਥੇ ਵੀ ਕਈਆਂ ਨਾਲ ਵੈਰ ਵਿਰੋਧ ਜਾ ਕੇ ਕਮਾਇਆ, ਮੈਲ ਤੇ ਲੱਥੀ ਕੋਈ ਨਹੀਂ, ਸਗੋਂ ਚੜ੍ਹੀ ਹੋਈ ਹੈ। ਭਗਤ ਕਬੀਰ ਸਾਹਿਬ ਜੀਆਂ ਨੂੰ ਕਿਸੇ ਸਾਧੂ ਮੰਡਲੀ ਨੇ ਆਖਿਆ ਨਾ ਵੀ ਆਓ ਕਬੀਰ ਜੀ ਤੁਹਾਨੂੰ ਤੀਰਥ ਯਾਤਰਾ ਕਰਵਾਈਏ। ਅਸੀਂ 68 ਤੀਰਥਾਂ ਦੀ ਯਾਤਰਾ ਤੇ ਚੱਲੇ ਹਾਂ। ਹੁਣ ਕਬੀਰ ਸਾਹਿਬ ਜੀ ਪਰਮ ਗਿਆਨੀ ਸਨ, ਉਹ ਜਾਣਦੇ ਸਨ ਵੀ ਇਹ ਸਿੱਧਾ ਜੇ ਉਪਦੇਸ਼ ਦਿੱਤਾ ਤੇ ਇਹਨਾਂ ਨੇ ਬਚਨ ਮੰਨਣਾ ਕੋਈ ਨਹੀਂ ਹੈ। ਆਪਣੇ ਕੋਲੋਂ ਇੱਕ ਕੌੜ ਤੁਮਾ ਦੇ ਦਿੱਤਾ, ਕਹਿਣ ਲੱਗੇ ਵੀ ਲਓ ਭਾਈ ਆਪ ਵੀ ਇਸ਼ਨਾਨ ਕਰਿਓ, ਸਾਡੀ ਥਾਂ ਤੇ ਇਹਦਾ ਆ ਫਲ ਜਿਹੜਾ ਦਿੱਤਾ ਕੌੜ ਤੁਮਾ, ਇਹਦਾ ਇਸ਼ਨਾਨ ਕਰਵਾ ਕੇ ਲਿਆਇਓ। ਚਲੇ ਗਏ, ਇਸ਼ਨਾਨ ਕਰਦੇ ਰਹੇ, ਕੌੜ ਤੁਮੇ ਦਾ ਇਸ਼ਨਾਨ ਕਰਾਉਂਦੇ ਰਹੇ। ਜਦੋਂ ਵਾਪਸ ਆਏ ਨਾ ਕਬੀਰ ਸਾਹਿਬ ਦੇ ਕੋਲ ਕੌੜ ਤੁਮਾ ਦੇਣ ਵਾਸਤੇ, ਤੇ ਕਬੀਰ ਸਾਹਿਬ ਨੇ ਸਾਰੇ ਬਿਠਾ ਲਏ, ਕਹਿਣ ਲੱਗੇ ਵੀ ਪ੍ਰਸ਼ਾਦਾ ਛਕ ਕੇ ਜਾਇਓ। ਸਾਰਿਆਂ ਨੇ ਪ੍ਰਸ਼ਾਦਾ ਛਕਿਆ ਤੇ ਉਹ ਕੌੜ ਤੁਮਾ ਕੱਟ ਕੇ ਥੋੜਾ ਨਿੱਕਾ ਟੁਕੜਾ ਸਾਰਿਆਂ ਨੂੰ ਹੀ ਦੇ ਦਿੱਤਾ। ਉਹਨਾਂ ਸਾਧੂਆਂ ਨੇ ਸੋਚਿਆ ਵੀ ਇਹ ਤੇ ਕੋਈ ਪ੍ਰਸ਼ਾਦ ਰੱਖਿਆ। ਜਦੋਂ ਪ੍ਰਸ਼ਾਦਾ ਛਕਿਆ ਬੜੇ ਆਨੰਦ ਦੇ ਨਾਲ, ਤੇ ਬਾਅਦ ਵਿੱਚ ਉਹ ਕੌੜ ਤੁਮੇ ਦਾ ਥੋੜਾ ਟੁਕੜਾ ਮੂੰਹ ਦੇ ਵਿੱਚ ਪਾਇਆ ਤੇ ਥੂ ਕਰਨ ਲੱਗ ਪਿਆ ਤੇ ਮਾੜਾ ਚੰਗਾ ਬੋਲਣ ਲੱਗ ਪਏ। ਕੌੜਾ ਪਦਾਰਥ ਮੂੰਹ ਨੂੰ ਲਾ ਦਿੱਤਾ ਹੈ, ਇਹ ਸਾਡੀ ਬੇਇੱਜ਼ਤੀ ਕੀਤੀ ਹੈ, ਨਰਾਦਰੀ ਕੀਤੀ ਹੈ। ਕਬੀਰ ਸਾਹਿਬ ਜੀ ਨੇ ਪੁੱਛਿਆ ਕੀ ਹੋਇਆ? ਕਹਿਣ ਲੱਗੇ ਵੀ ਆਹ ਕੌੜ ਤੁਮਾ ਤੁਹਾਨੂੰ ਪਤਾ ਵੀ ਕੌੜਾ ਹੁੰਦਾ ਤੇ ਤੁਸੀਂ ਕਿਉਂ ਰੱਖਿਆ ਥਾਲੀ ਵਿੱਚ? ਸਾਡੇ ਦੇ ਮੂੰਹ ਕੌੜੇ ਹੋ ਗਏ। ਕਬੀਰ ਸਾਹਿਬ ਜੀ ਕਹਿਣ ਲੱਗੇ ਵੀ ਇਹ ਕੌੜ ਤੁਮਾ ਤੇ ਕੌੜਾ ਹੁੰਦਾ ਮੈਨੂੰ ਪਤਾ ਹੈ, ਪਰ ਮੈਂ ਸੋਚਿਆ ਵੀ ਤੁਹਾਡੇ ਨਾਲ ਇਹ ਤੀਰਥਾਂ ਦੀ ਯਾਤਰਾ ਕਰ ਆਇਆ, ਇਹਦਾ ਕੁੜੱਤਨ ਖਤਮ ਹੋ ਗਈ ਹੋਵੇਗੀ, ਇਹ ਮਿੱਠਾ ਹੋ ਗਿਆ ਹੋਵੇਗਾ ਅੰਬ ਦੇ ਵਾਂਗ, ਸੇਬ ਦੇ ਵਾਂਗ, ਮੈਂ ਤੇ ਤਾਂ ਨਾਲ ਰੱਖਿਆ। ਕਹਿਣ ਲੱਗੇ ਵੀ ਪਰ ਇਹ ਮਿੱਠਾ ਤਾਂ ਨਹੀਂ ਹੋਇਆ, ਇਹਨੇ ਆਪਣਾ ਸੁਭਾਅ ਨਹੀਂ ਛੱਡਿਆ ਉਸ ਤਰ੍ਹਾਂ ਕੌੜੇ ਦਾ ਕੌੜਾ। ਕਬੀਰ ਸਾਹਿਬ ਜੀ ਕਹਿਣ ਲੱਗੇ ਬਸ ਇਸੇ ਗੱਲ ਨੂੰ ਆਪਣੇ ਉੱਪਰ ਲਾ ਲਓ। ਕੌੜ ਤੁਮੇ ਨੇ ਵੀ ਬਾਹਰੋਂ ਹੀ ਇਸ਼ਨਾਨ ਕੀਤਾ, ਪਰ ਅੰਦਰੋਂ ਕੁੜੱਤਨ ਕੋਈ ਨਹੀਂ ਛੱਡੀ। ਆਪਾਂ ਵੀ ਬਾਹਰੋਂ ਇਸ਼ਨਾਨ ਕਰਕੇ ਆਏ ਹਾਂ, ਅੰਦਰ ਉਸੇ ਤਰ੍ਹਾਂ ਈਰਖਾ ਹੈ, ਝਗੜਾ ਹੈ, ਕ੍ਰੋਧ ਹੈ, ਵੈਰ ਹੈ, ਈਰਖਾ ਹੈ। ਲੌਕੀ 860 ਤੀਰਥ ਨਹਾਈ, ਕੌਰਾ ਪਾਨਾ ਤਉ ਨਾ ਜਾਈ। ਲੌਕੀ ਤੋਂ ਭਾਵ ਕੌੜ ਤੁਮਾ। 8 ਤੇ 60, 8 ਤੇ 60 ਦਾ ਜੋੜ ਕਰੀਏ ਤੇ 68 ਬਣ ਜਾਂਦਾ। 860 ਤੀਰਥ ਨਹਾਈ। ਹਿੰਦੂ ਮਤ ਦੇ ਵਿੱਚ 68 ਤੀਰਥ ਮੰਨੇ ਜਾਂਦੇ ਵੱਡੇ। ਪਰ ਕਬੀਰ ਸਾਹਿਬ ਜੀ ਕਹਿਣ ਲੱਗੇ ਜੇ ਕੌੜ ਤੁਮਾ ਨਹੀਂ ਮਿੱਠਾ ਹੋਇਆ ਇਹਨੇ ਤੀਰਥਾਂ 'ਚ ਨਹਾ ਕੇ, ਤੇ ਬੰਦਿਆ ਤੂੰ ਕਿਵੇਂ ਮਿੱਠਾ ਹੋਵੇਂਗਾ? ਤੂੰ ਵੀ ਤੇ ਕੌੜੇ ਦਾ ਕੌੜਾ ਹੀ ਹੈ। ਮਹਾਰਾਜ ਫਰਮਾਉਂਦੇ ਭਾਂਡਾ ਅਤ ਮਲੀਨ, ਤੇਰਾ ਅੰਤਹਿਕਰਨ ਰੂਪੀ ਭਾਂਡਾ, ਤੇਰਾ ਮਨ ਬੜਾ ਮੈਲਾ ਹੋ ਚੁੱਕਿਆ ਹੈ, ਧੋਤਾ ਹੱਛਾ ਨਾ ਹੋਏ ਸੀ। ਜੇ ਤੂੰ ਆਖੇ ਨਾ ਵੀ ਤੀਰਥਾਂ ਦੀ ਯਾਤਰਾ ਕਰਕੇ ਤੇ ਮਨ ਧੋ ਲਵਾਂ ਉੱਥੇ ਜਾ ਕੇ, ਨਹੀਂ, ਤੀਰਥਾਂ ਦੀ ਯਾਤਰਾ ਕਰਨ ਦੇ ਨਾਲ ਵੀ ਮਨ ਧੁੱਪਦਾ ਨਹੀਂ, ਮਨ ਸਾਫ਼ ਨਹੀਂ ਹੁੰਦਾ। ਤੀਰਥਾਂ ਦੇ ਤੇ ਚੋਰੀ ਚਕਾਰੀ ਸਗੋਂ ਬਹੁਤੀ ਹੁੰਦੀ ਹੈ। ਤੀਰਥਾਂ ਤੇ ਜਾ ਕੇ ਲੜਾਈ ਝਗੜਾ ਤੇ ਬਹੁਤਾ ਹੁੰਦਾ, ਲੋਕੀ ਵਕਾਰ ਜਾ ਕੇ ਉੱਥੇ ਭੋਗਦੇ। ਤੀਰਥਾਂ ਦੀ ਯਾਤਰਾ ਕਰਨ ਦੇ ਨਾਲ, ਦਾਨ ਪੁੰਨ ਕਰਨ ਦੇ ਨਾਲ, ਵਰਤ ਰੱਖਣ ਦੇ ਨਾਲ ਇਹ ਮਨ ਧੋਤਾ ਨਹੀਂ ਜਾਣਾ, ਮਨ ਦੀ ਮੈਲ ਉਤਰਨੀ ਨਹੀਂ। ਫਿਰ ਪੁੱਛਿਆ ਕਬੀਰ ਸਾਹਿਬ ਜੀ ਨੂੰ, ਫਿਰ ਪੁੱਛਿਆ ਗੁਰੂ ਨਾਨਕ ਦੇਵ ਜੀਆਂ ਨੂੰ, ਮਹਾਰਾਜ ਕੀ ਕਰੀਏ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਧੋਤਾ ਹੱਛਾ ਨਾ ਹੋਏ ਸੀ, ਗੁਰੂ ਦੀ ਸੇਵਾ ਕੀਤੇ ਤੋਂ ਬਿਨਾਂ ਔਰ ਨਾਮ ਜਪੇ ਤੋਂ ਬਿਨਾਂ, ਇਹਨਾਂ ਦੋ ਕੰਮ ਕਰਨ ਤੋਂ ਬਿਨਾਂ ਹੋਰ ਤੂੰ ਜੋ ਮਰਜ਼ੀ ਕਰ ਲਾ, ਤੇਰਾ ਮਨ ਸਾਫ਼ ਨਹੀਂ ਹੋਣਾ। ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਮੇ ਕਿਰ। ਜਾਂ ਤੇ ਇਸ ਮਨ ਨੂੰ ਨਾਮ ਧੋ ਸਕਦਾ, ਇਸ ਮੈਲ ਨੂੰ ਮਨ ਨੂੰ ਸਾਫ਼ ਨਾਮ ਕਰ ਸਕਦਾ, ਜਾਂ ਫਿਰ ਗੁਰੂ ਦੀ ਸੇਵਾ ਕਰਕੇ। ਗੁਰ ਸੇਵਾ ਤੇ ਇਹ ਭਗਤ ਕਮਾਈ, ਤਾਵੇ ਮਾਨਸ ਦੇਹੀ ਪਾਈ। ਗੁਰ ਸੇਵਾ ਤਪਾਂ ਸਿਰ ਤਾਪ ਸਾਰ, ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਇਹ ਬਚਨ ਨੇ ਮਹਾਰਾਜ ਦੇ ਵੀ ਗੁਰੂ ਦੀ ਸੇਵਾ। ਆਪਾਂ ਜੋ ਝਾੜੂ ਫੇਰਦੇ ਹਾਂ ਨਾ, ਕੁਝ ਲੋਕ ਆਖਦੇ ਝਾੜੂ ਫੇਰਨ ਦਾ ਕੀ ਫਾਇਦਾ, ਗੁਰੂ ਦਰਬਾਰ ਵਿੱਚ ਆ ਕੇ, ਗੁਰੂ ਘਰ ਦੇ ਵਿੱਚ ਆ ਕੇ ਪੋਚਾ ਲਾਉਣ ਦਾ ਕੀ ਫਾਇਦਾ?
ਜੋੜਾ ਝਾੜਨ ਦਾ ਕੀ ਲਾਭ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਗੁਰੂ ਦੇ ਦਰ ਦੀ ਕੀਤੀ ਹੋਈ ਸੇਵਾ ਜਿੱਥੇ ਤੈਨੂੰ ਪਦਾਰਥ ਦਿੰਦੀ ਹੈ, ਉੱਥੇ ਤੇਰੇ ਮਨ ਦੀਆਂ ਮੈਲਾਂ ਧੋਦੀ, ਐਸੀ ਇਹ ਸੇਵਾ ਹੈ। ਭਾਈ ਲਹਿਣਾ ਸਾਹਿਬ ਜੀ ਗਏ ਨਾ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਦੀਦਾਰ ਕਰਨ ਵਾਸਤੇ। ਅੰਮ੍ਰਿਤ ਵੇਲੇ ਇੱਕ ਬੀਬੀ ਲਾਲ ਸੂਹੇ ਕੱਪੜਿਆਂ ਦੇ ਵਿੱਚ ਝਾੜੂ ਦੀ ਸੇਵਾ ਕਰਦੀ ਪਈ ਹੈ। ਤੇ ਭਾਈ ਲਹਿਣਾ ਸਾਹਿਬ ਜੀ ਅੰਮ੍ਰਿਤ ਵੇਲੇ ਉੱਠਿਆ ਤੇ ਪੁੱਛਿਆ ਉਸ ਬੀਬੀ ਨੂੰ ਜਾ ਕੇ, ਬੀਬੀ ਕੌਣ ਹੈ ਤੂੰ ਇੱਥੇ ਧਰਮਸਾਲ ਵਿੱਚ ਝਾੜੂ ਦੀ ਸੇਵਾ, ਸਫਾਈ ਦੀ ਸੇਵਾ ਕਰ ਰਹੀ ਹੈ ਅੰਮ੍ਰਿਤ ਵੇਲੇ ਉੱਠ ਕੇ। ਤੇ ਉਹ ਬੀਬੀ ਕਹਿਣ ਲੱਗੇ, ਭਾਈ ਲਹਿਣਾ ਜੀ, ਜਿਸ ਦੇਵੀ ਦੇ ਤੁਸੀਂ ਦਰਸ਼ਨ ਕਰਨ ਜਾਂਦੇ ਹੋ ਨਾ ਮੰਦਿਰ ਦੇ ਵਿੱਚ ਹਰ ਸਾਲ ਜਥਾ ਲੈ ਕੇ, ਮੈਂ ਉਹੀ ਦੇਵੀ ਹਾਂ, ਇੱਥੇ ਆ ਕੇ ਸੇਵਾ ਕਰਦੀ ਹਾਂ। ਗੁਰੂ ਨਾਨਕ ਦੇ ਦਰ ਤੋਂ ਆ ਕੇ ਵਸਤੂਆਂ ਲੈਂਦੀਆਂ, ਵਰ ਲੈਂਦੀਆਂ, ਬਖਸ਼ਿਸ਼ਾਂ ਲੈ ਕੇ ਜਿਹੜੇ ਤੁਹਾਡੇ ਵਰਗੇ ਮੇਰੇ ਦਰ 'ਤੇ ਆਉਂਦੇ ਨੇ ਉਹਨਾਂ ਨੂੰ ਜਾ ਕੇ ਵੰਡਦੀ ਹਾਂ, ਅੱਗੇ ਦਿੰਦੀ ਹਾਂ। ਇਹ ਗੁਰੂ ਦੇ ਦਰ ਦੇ ਉੱਪਰ ਤੇ ਆ ਕੇ ਤੇ ਦੇਵੀਆਂ ਦੇਵਤੇ ਵੀ ਆ ਕੇ ਝਾੜੂ ਲਾਉਂਦੇ ਪਏ, ਸੇਵਾ ਕਰਦੇ ਪਏ ਦਾਤ ਲੈਣ ਵਾਸਤੇ। ਤੇ ਗੁਰੂ ਕਿਹਾ, ਸਿੱਖਾ ਤੈਨੂੰ ਦਾਤ ਕਿਵੇਂ ਨਹੀਂ ਮਿਲੇਗੀ, ਭਾਂਡਾ ਆਤਮਲੀਨ, ਤੇਰਾ ਹਿਰਦੇ ਰੂਪੀ ਭਾਂਡਾ ਬੜਾ ਮੈਲਾ ਹੋ ਗਿਆ। ਹੋਇਆ ਤਾਂ ਹੈ ਕਿਉਂਕਿ ਤੂੰ ਪਾਪ ਬਹੁਤੇ ਕੀਤੇ ਨੇ ਪਿਛਲੇ ਜਨਮਾਂ ਵਿੱਚ ਔਰ ਇਸ ਜਨਮ ਦੇ ਵਿੱਚ। ਪਰ ਜੇ ਤੂੰ ਉਸ ਮੈਲ ਨੂੰ ਧੋਣਾ ਚਾਹੁੰਦਾ ਹੈ ਤੇ ਨਾ ਤੀਰਥ ਯਾਤਰਾ ਨਾਲ ਧੋਤੀ ਜਾਣੀ ਹੈ, ਨਾ ਕੋਈ ਵਰਤ ਰੱਖਣ ਦੇ ਨਾਲ ਧੋਤੀ ਜਾਣੀ ਹੈ। ਜੇ ਧੋਣੀ ਹੈ ਤੇ ਕੇਵਲ ਗੁਰੂ ਦੀ ਸੇਵਾ ਕਰਕੇ ਉਸ ਮੈਲ ਨੂੰ ਧੋਤਾ ਜਾ ਸਕਦਾ ਹੈ। ਐਸੀ ਬਖਸ਼ਿਸ਼ ਤਾਂ ਪ੍ਰਾਪਤ ਹੁੰਦੀ ਹੈ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਪਰ ਇਹ ਜਿਹੜੀ ਗਿਆਤ ਹੈ ਨਾ ਸਮਝ, ਇਹ ਗੁਰੂ ਦੁਆਰੇ ਤੋਂ ਮਿਲਦੀ ਹੈ, ਗੁਰੂ ਦੇ ਦਰ ਤੋਂ ਆ ਕੇ। ਦੁਨੀਆ ਦੇ ਵਿੱਚ ਬੜੇ ਬੜੇ ਜੋਗੀ ਨੇ, ਨਾਗੇ ਨੇ, ਜਟਾਵਾਂ ਧਾਰੀ ਸਾਧ ਨੇ, ਸੰਨਿਆਸੀ ਨੇ, ਜੰਗਲਾਂ ਵਿੱਚ ਰਹਿਣ ਵਾਲੇ ਨੇ। ਗੁਰੂ ਕਿਹਾ, ਸਿੱਖਾ ਜਿੰਨਾ ਤੈਨੂੰ ਗਿਆਨ ਹੈ ਨਾ ਗੁਰੂ ਦੀ ਬਾਣੀ ਪੜ੍ਹ ਕੇ, ਇੰਨਾ ਗਿਆਨ ਉਹਨਾਂ ਜਟਾ ਧਾਰੀਆਂ ਨੂੰ ਜਾਂ ਨਾਗਿਆਂ ਨੂੰ ਵੀ ਨਹੀਂ ਹੈ। ਉਹ ਵੀ ਕਰਮ ਕਾਂਡ ਵਿੱਚ ਬੱਧੇ ਹੋਏ ਨੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿਹੜੀ ਤੈਨੂੰ ਸੋਝੀ ਅਸੀਂ ਦਿੱਤੀ ਨਾ, ਗਿਆਨ ਦਿੱਤਾ ਵੀ ਗੁਰੂ ਦੀ ਸੇਵਾ ਨਾਲ ਮੈਲ ਧੋਤੀ ਜਾਂਦੀ ਹੈ, ਇਹ ਤੈਨੂੰ ਹੀ ਗਿਆਨ ਮਿਲਿਆ ਤੇ ਤਾਂ ਤੂੰ ਸੇਵਾ ਕਰਦਾ ਪਿਆ। ਨਹੀਂ ਤੇ ਦੁਨੀਆ ਦੇ ਲੋਕ ਜੰਗਲਾਂ ਵਿੱਚ ਵੀ ਬੜੀ ਲੰਬੀ ਸਮਾਧੀ ਲਾ ਕੇ ਅਜੇ ਵੀ ਬੈਠੇ ਹੋਏ ਨੇ। ਤੀਰਥਾਂ ਦੇ ਕਿਨਾਰਿਆਂ ਦੇ ਉੱਪਰ ਅੱਜ ਵੀ ਬੜੀ ਭੀੜ ਹੈ ਲੋਕਾਂ ਦੇ ਨਹਾਉਣ ਵਾਲਿਆਂ ਦੀ। ਜਿਹਨੂੰ ਸੋਝੀ ਨਹੀਂ ਹੈ ਉਹ ਅਜੇ ਵੀ ਉਸੇ ਕਰਮ ਦੇ ਵਿੱਚ ਲੱਗਾ ਹੈ। ਇਹ ਤੇਰੇ ਵੱਡੇ ਭਾਗ ਨੇ ਜੋ ਗੁਰੂ ਨੇ ਤੈਨੂੰ ਇਹ ਗਿਆਤ ਦਿੱਤੀ ਹੈ, ਇਹ ਸਮਝ ਦਿੱਤੀ ਹੈ ਵੀ ਮੈਲ ਕਿਵੇਂ ਧੋਤੀ ਜਾਣੀ ਹੈ। ਗੁਰੂ ਦੁਆਰੇ ਹੋਏ, ਜਦੋਂ ਗੁਰੂ ਦੇ ਦਰ 'ਤੇ ਆਏਗਾ, ਸਤਿਗੁਰੂ ਜੀ ਸ਼ੁਭ ਸਿੱਖਿਆ ਤੈਨੂੰ ਦੇਣਗੇ। ਉਸ ਗਿਆਨ ਦੇ ਨਾਲ ਇਸ ਮੈਲ ਨੂੰ ਧੋਤਾ ਜਾਂਦਾ ਹੈ। ਫਿਰ ਬਖਸ਼ਿਸ਼ ਕਰਦੇ ਹਨ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਗੁਰੂ ਦੁਆਰੇ ਤੋਂ ਭਾਵ ਇਹ ਵੀ ਲੈ ਲੈਂਦੇ ਵਿਦਵਾਨ ਲੋਕ ਕਿ ਗੁਰੂ ਦੇ ਅਨੁਸਾਰ ਹੋ ਕੇ, ਗੁਰੂ ਦੇ ਕਹਿਣੇ ਵਿੱਚ ਹੋ ਕੇ। ਇਹ ਨਹੀਂ ਵੀ ਮੈਂ ਗੁਰਦੁਆਰੇ ਆ ਗਿਆ ਹਾਂ ਤੇ ਹੁਣ ਮੇਰੀ ਮੈਲ ਧੋਤੀ ਜਾਣੀ, ਮੈਂ ਕਰਾਂ ਵੀ ਕੁਝ ਨਾ ਤੇ ਗੁਰੂ ਦਾ ਬਚਨ ਵੀ ਨਾ ਮੰਨਾਂ। ਨਹੀਂ, ਗੁਰੂ ਦੁਆਰੇ ਗੁਰੂ ਦੇ ਅਨੁਸਾਰ ਚੱਲਣਾ ਪਵੇਗਾ ਆਪਣੀ ਜ਼ਿੰਦਗੀ ਦੇ ਵਿੱਚ। ਜੇ ਸਤਿਗੁਰਾਂ ਨੇ ਆਖਿਆ ਨਾ ਵੀ ਝੂਠ ਨਹੀਂ ਖਾਣੀ ਹੈ ਤੇ ਉਹ ਵਾਕਿਆ ਹੀ ਗੁਰੂ ਦੇ ਅਨੁਸਾਰ ਹੋ ਕੇ ਝੂਠ ਛੱਡਣੀ ਪੈਣੀ ਹੈ। ਗੁਰੂ ਨੇ ਬਚਨ ਆਖਿਆ ਵੀ ਝੂਠ ਨਹੀਂ ਬੋਲਣਾ ਹੈ, ਗੁਰੂ ਦੇ ਹੁਕਮ ਦੇ ਵਿੱਚ ਰਹਿ ਕੇ ਉਹ ਛੱਡਣਾ ਪਵੇਗਾ। ਗੁਰੂ ਨੇ ਬਚਨ ਆਖਿਆ ਤੈਨੂੰ ਅੰਮ੍ਰਿਤ ਵੇਲੇ ਉੱਠਣਾ ਪਵੇਗਾ, ਉਸ ਅਨੁਸਾਰ ਚੱਲਣਾ ਪਵੇਗਾ, ਅੰਮ੍ਰਿਤ ਵੇਲੇ ਉੱਠਣਾ ਹੀ ਪਵੇਗਾ। ਜੇ ਗੁਰੂ ਨੇ ਆਖਿਆ ਵੀ 10 ਨੋਹਾਂ ਦੀ ਕਿਰਤ ਕਰਨੀ ਹੈ ਤੇ ਉਹ ਬਚਨ ਮੰਨਣਾ ਪਵੇਗਾ, ਰਿਸ਼ਵਤ ਨੂੰ, ਹੇਰਾ ਫੇਰੀ ਨੂੰ ਛੱਡਣਾ ਪਵੇਗਾ। ਜੇ ਗੁਰੂ ਨੇ ਬਚਨ ਇਹ ਕਹਿ ਦਿੱਤਾ ਵੀ ਨਿਤਨੇਮ ਵੀ ਕਰਨਾ ਪਵੇਗਾ ਤੇ ਉਹ ਬਚਨ ਮੰਨਣਾ ਪਵੇਗਾ। ਗੁਰੂ ਦੁਆਰੇ ਹੋਏ, ਗੁਰੂ ਦੇ ਅਨੁਸਾਰ ਹੀ ਚੱਲਣਾ ਪਵੇਗਾ। ਜੋ ਜੋ ਗੁਰੂ ਬਚਨ ਕਰੇਗਾ ਉਹ ਬਚਨ ਮੰਨਣਾ ਪੈਣਾ। ਬਚਨ ਮੰਨੇਗਾ ਪ੍ਰਾਪਤੀ ਤਾਂ ਹੋਣੀ ਹੈ। ਗੁਰੂ ਦੁਆਰੇ ਹੋਏ, ਜਿਹੜਾ ਗੁਰੂ ਦੇ ਅਨੁਸਾਰ ਹੋ ਕੇ ਚੱਲਦਾ ਹੈ, ਸੋਝੀ ਪਾਈ ਸੀ, ਉਹ ਮੁਕਤ ਹੋਣ ਦੀ ਸੋਝੀ, ਉਹ ਗਿਆਨ ਗੁਰੂ ਕੋਲੋਂ ਪ੍ਰਾਪਤ ਕਰਦਾ ਹੈ। ਏਤ ਦੁਆਰੇ ਧੋਏ
ਹੱਛਾ ਹੋਏ ਸੀ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਏਤ ਦੁਆਰਾ ਗੁਰੂ ਦੇ ਦੱਸੇ ਹੋਏ ਬਚਨਾਂ ਦੇ ਅਨੁਸਾਰ ਧੋਏ ਤਾਂ ਤੇਰਾ ਮਨ ਧੋਤਾ ਜਾਣਾ ਹੈ, ਤਾਂ ਇਹ ਮਨ ਹੱਛਾ ਹੋਣਾ, ਤਾਂ ਇਹ ਮਨ ਸਾਫ਼ ਹੋਣਾ। ਤੇਰੇ ਮਨ ਸਾਫ਼ ਹੋਣ ਦਾ ਕਾਰਨ ਇਹ ਹੈ ਕਿ ਤੈਨੂੰ ਗੁਰੂ ਦੇ ਅਨੁਸਾਰ ਇਹ ਮਨ ਧੋਣਾ ਪਵੇਗਾ, ਸਾਫ਼ ਕਰਨਾ ਪਵੇਗਾ, ਤਾਂ ਇਹ ਮਨ ਹੱਛਾ ਸਾਫ਼ ਹੁੰਦਾ ਹੈ। ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ। ਤੇਰਾ ਅੰਤःਕਰਨ ਮੈਲਾ ਹੈ ਕਿ ਹੱਛਾ ਹੈ, ਸਾਫ਼ ਹੈ, ਇਹ ਵਿਚਾਰ ਗੁਰੂ ਆਪ ਹੀ ਵਰਤਾਉਂਦਾ ਹੈ। ਇਹ ਸੋਝੀ ਗੁਰੂ ਨੇ ਦਿੱਤੀ ਹੈ, ਇਹ ਸਮਝ ਜਾ ਕੇ ਗੁਰੂ ਤੋਂ ਮਿਲੀ ਹੈ ਵੀ ਮਨ ਮੇਰਾ ਮੈਲਾ ਹੈ। ਤੇ ਫਿਰ ਜਦੋਂ ਇਹ ਸਮਝ ਮਿਲੀ, ਫਿਰ ਅੱਗੇ ਇਹ ਸਮਝ ਮਿਲੀ ਹੈ ਵੀ ਇਸ ਮਨ ਨੂੰ ਹੁਣ ਸਾਫ਼ ਕਿਵੇਂ ਕਰਨਾ ਹੈ। ਜਿੰਨਾ ਚਿਰ ਸਾਨੂੰ ਇਹ ਨਹੀਂ ਨਾ ਪਤਾ ਲੱਗਦਾ ਵੀ ਮੈਂ ਗਲਤ ਕਿੱਥੇ ਹਾਂ, ਮੇਰੀ ਗਲਤੀ ਕੀ ਹੈ, ਉਹਨਾਂ ਚਿਰ ਗਲਤੀ ਸੁਧਾਰਨ ਦਾ ਤੂੰ ਸੋਚੇਂਗਾ ਵੀ ਨਹੀਂ। ਗਲਤੀ ਉਦੋਂ ਸੁਧਾਰੇਂਗਾ ਜਦੋਂ ਗਲਤੀ ਤੇਰੇ ਸਾਹਮਣੇ ਆਵੇ। ਸਤਿਗੁਰੂ ਕਹਿਣ ਲੱਗੇ ਮੈਲੇ ਹੱਛੇ ਕਾ ਵਿਚਾਰ, ਅੰਤःਕਰਨ ਮੈਲਾ ਹੈ ਕਿ ਹੱਛਾ ਹੈ। ਇਹ ਜਿਹੜੀ ਵਿਚਾਰ ਹੈ ਇਹ ਗੁਰੂ ਆਪ ਹੀ ਵਰਤਾਉਂਦਾ ਹੈ, ਆਪ ਹੀ ਬਖਸ਼ਿਸ਼ ਕਰਦਾ, ਤਾਂ ਸਮਝ ਪੈਂਦੀ ਹੈ। ਫਿਰ ਬਖਸ਼ਿਸ਼ ਕਰਦੇ ਹਨ। ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ। ਜਿਹੜੇ ਤੇਰੇ ਮੈਲੇ ਕਰਮ ਹਨ, ਹੱਛੇ ਕਹੀਏ ਜਿਹੜੇ ਤੇਰੇ ਚੰਗੇ ਸਾਫ਼ ਕਰਮ ਹਨ, ਇਹਨਾਂ ਮੈਲੇ ਕਰਮਾਂ ਦੀ ਵਿਚਾਰ ਕਰ ਵੀ ਮੈਂ ਪਾਪ ਕਿੰਨੇ ਕੀਤੇ, ਹੱਛੇ ਕਰਮਾਂ ਦੀ ਵਿਚਾਰ ਕਰ ਵੀ ਚੰਗੇ ਕਰਮ ਕਿੰਨੇ ਕੀਤੇ। ਇਹ ਮੈਲੇ ਤੇ ਹੱਛਿਆਂ ਦੀ ਵਿਚਾਰ ਜਿਹੜੀ ਹੈ ਜਦੋਂ ਕਰੇਗਾ ਫਿਰ ਤੈਨੂੰ ਸਮਝ ਪਵੇਗੀ ਚੰਗਾ ਤੇ ਮੈਂ ਇੱਕ ਕੀਤਾ ਪਰ ਮਾੜੇ ਮੈਂ 10 ਕੀਤੇ ਨੇ। ਫਿਰ 10 ਨੂੰ ਘਟਾਉਂਦਿਆਂ ਘਟਾਉਂਦਿਆਂ 9 ਹੋ ਜਾਣਗੇ, 8 ਹੋ ਜਾਣਗੇ, 7 ਹੋ ਜਾਣਗੇ। ਉਹ ਮੈਲੇ ਜਿਹੜੇ ਕਰਮ ਨੇ ਉਹ ਘਟਦਿਆਂ ਘਟਦਿਆਂ ਫਿਰ ਇੱਕ ਦਿਨ 0 ਹੀ ਹੋ ਜਾਣਗੇ, ਖਤਮ ਹੀ ਹੋ ਜਾਣਗੇ। ਇਹ ਮੈਲੇ ਹੱਛੇ ਦਾ ਵਿਚਾਰ ਜਿਹੜਾ ਹੈ, ਸੋਝੀ ਜਿਹੜੀ ਆ ਗੁਰੂ ਆਪ ਵਰਤਾਉਂਦਾ, ਆਪ ਬਖਸ਼ਿਸ਼ ਕਰਦੇ ਹਨ। ਮਤ ਕੋ ਜਾਣੇ ਜਾਏ ਅੱਗੇ ਪਾਏ ਸੀ। ਤੁਸੀਂ ਮਤਾਂ ਇਹ ਗੱਲ ਜਾਣ ਲਿਓ, ਕਿਤੇ ਭੁਲੇਖਾ ਨਾ ਖਾ ਲਿਓ ਵੀ ਪਾਪੀ ਬੰਦੇ ਨੂੰ ਅੱਗੇ ਜਾ ਕੇ ਜਗ੍ਹਾ ਮਿਲ ਜਾਏਗੀ। ਬੰਦੇ ਨੇ ਸਾਰੀ ਉਮਰ ਪਾਪ ਕੀਤੇ, ਆਪਾਂ ਆਖਦੇ ਤੇ ਸਵਰਗਵਾਸੀ ਹੋ ਗਿਆ। ਤੈਨੂੰ ਕੀ ਪਤਾ ਵੀ ਇਹ ਸਵਰਗਵਾਸੀ ਹੋ ਗਿਆ? ਹੋ ਸਕਦਾ ਉਹ ਨਰਕਵਾਸੀ ਹੋ ਗਿਆ ਹੋਵੇ, ਹੋ ਸਕਦਾ ਕਿਸੇ ਟੇਢੀ ਜੂਨ ਵਿੱਚ ਚਲਾ ਗਿਆ ਹੋਵੇ। ਇਹ ਤੇ ਬੰਦਾ ਸਿੰਘ ਬਹਾਦਰ ਜਿਹੜਾ ਨਾਮ ਹੈ ਉਹਦਾ, ਬੰਦਾ ਸਿੰਘ ਬਹਾਦਰ ਦਾ ਮਾਧੋ ਦਾਸ। ਮਾਧੋ ਦਾਸ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੇਰਾ ਗੁਰੂ ਤੇ ਮੁਕਤ ਹੋ ਗਿਆ। ਮਹਾਰਾਜ ਕਹਿੰਦੇ ਤੈਨੂੰ ਕਿਵੇਂ ਪਤਾ ਵੀ ਮੁਕਤ ਹੋ ਗਿਆ? ਮਹਾਰਾਜ ਉਹਨੇ ਬੜੇ ਮੰਤਰ ਸਿੱਧ ਕੀਤੇ, ਬੜੀਆਂ ਉਹਦੇ ਕੋਲ ਰਸਾਇਣ ਸ਼ਕਤੀਆਂ ਸਨ, ਰਿਧੀਆਂ ਸਿੱਧੀਆਂ, ਉਹ ਮੁਕਤ ਹੋ ਗਿਆ। ਮਹਾਰਾਜ ਕਹਿਣ ਲੱਗੇ ਨਹੀਂ ਮਾਧੋ ਦਾਸ, ਤੇਰੇ ਕਹਿਣ ਨਾਲੋਂ ਮੁਕਤ ਨਹੀਂ ਹੋਇਆ, ਉਹ ਤੇ ਕੀੜਾ ਬਣ ਗਿਆ ਹੈ। ਬਚਨ ਇਹ ਹੈ ਜੇ ਕੋਈ ਮਰ ਜਾਂਦਾ ਤੇ ਅਸੀਂ ਆਖਦੇ ਵੀ ਇਹ ਤੇ ਸਵਰਗਵਾਸ ਹੋ ਗਿਆ, ਪਰ ਸਾਨੂੰ ਕੀ ਪਤਾ ਵੀ ਉਹ ਕਿਹੜਾ ਵਾਸ ਸਵਰਗਾਂ 'ਚ ਹੋਇਆ, ਕਿ ਉਹ ਕੀੜਿਆਂ 'ਚ ਬਣ ਗਿਆ, ਕਿ ਕਾਹਦੇ ਵਿੱਚ ਜਾ ਕੇ ਉਹਦਾ ਵਾਸਾ ਹੋਇਆ। ਜਾਂ ਅਸੀਂ ਬਹੁਤਾ ਇਕੱਠ ਵੇਖ ਲਈਏ, ਕੋਈ ਬੰਦਾ ਮਰ ਜਾਵੇ ਉਹਦੇ ਮਗਰ ਬੜੀਆਂ ਲੈਣਾਂ ਲੱਗ ਜਾਂਦੀਆਂ ਬੰਦਿਆਂ ਦੀਆਂ, ਉਹਦਾ ਪਰਿਵਾਰ ਬੜਾ ਵੱਡਾ ਹੈ, ਉਹਦੀ ਲੈਣਦਾਰੀ ਬੜੀ ਵੱਡੀ ਹੈ, ਜਾਂ ਉਹ ਦੁਨੀਆ ਵਿੱਚ ਮਸ਼ਹੂਰ ਹੋ ਗਿਆ ਕਿਸੇ ਕੰਮ ਕਰਕੇ ਤੇ ਉਹਦੇ ਮਰੇ ਦੇ ਬੜੇ ਲੋਕ ਇਕੱਠੇ ਹੋ ਜਾਂਦੇ, ਲੋਕ ਹਮਦਰਦੀ ਵਿਖਾਉਂਦੇ। ਪਰ ਇਹਦਾ ਮਤਲਬ ਇਹ ਨਹੀਂ ਵੀ ਬਹੁਤੇ ਇਕੱਠੇ ਹੋ ਗਏ ਨੇ ਤੇ ਉਹ ਮਰਨ ਵਾਲਾ ਜਿਹੜਾ ਮੁਕਤ ਹੋ ਗਿਆ ਹੋਵੇਗਾ। ਰਾਜਿਆਂ ਮਹਾਰਾਜਿਆਂ ਦੇ ਜਨਾਜ਼ੇ ਉੱਠਦੇ ਨੇ, ਮੌਤਾਂ ਹੁੰਦੀਆਂ, ਲੱਖਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੁੰਦੇ, ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਉਹ ਮੁਕਤ ਹੋ ਗਿਆ। ਮਹਾਰਾਜ ਕਹਿਣ ਲੱਗੇ ਮਤ ਕੋ ਜਾਣੇ ਜਾਏ, ਮਤਾ ਕੋਈ ਇਹ ਗੱਲ ਸਮਝ ਲਿਓ ਵੀ ਅੱਗੇ ਪਾਏ ਸੀ ਵੀ ਉਹ ਬੰਦਾ ਅੱਗੇ ਜਾ ਕੇ ਸੁੱਖ ਪਾਏਗਾ, ਉਹ ਮੁਕਤ ਹੋ ਗਿਆ, ਸਵਰਗਾਂ ਨੂੰ ਚਲੇ ਗਿਆ। ਬਿਲਕੁਲ ਕਿਤੇ ਭੁਲੇਖਾ ਨਾ ਇਸ ਗੱਲ ਦਾ ਖਾ ਲਿਓ। ਤੇ ਮਹਾਰਾਜ ਅੱਗੇ ਫਰਮਾਉਂਦੇ ਹਨ ਜਿਹੇ ਕਰਮ ਕਮਾਏ ਤਿਹਾ ਹੋਏ ਸੀ। ਇਹੋ ਜਿਹਾ ਬੰਦਾ ਕਰਮ ਕਮਾਉਂਦਾ ਹੈ ਦੁਨੀਆ ਵਿੱਚ ਰਹਿ ਕੇ, ਜੇ ਪਾਪ ਕਰਮ ਕੀਤੇ ਨੇ ਤੇ ਤੁਸੀਂ ਜਿੰਨਾ ਮਰਜ਼ੀ ਮਗਰੋਂ ਕਹੀ ਜਾਓ ਵੀ ਉਹ ਸਵਰਗਵਾਸੀ ਹੋ ਗਿਆ, ਬਿਲਕੁਲ ਸਵਰਗਾਂ 'ਚ ਨਹੀਂ ਗਿਆ। ਪਾਪ ਕਰਮ ਕੀਤੇ ਉਹ ਟੇਢੀ ਜੂਨ ਵਿੱਚ ਚਲੇ ਗਿਆ। ਨਾਨਕ ਦੇ ਮਹਾਰਾਜ ਗਏ ਨਾ ਤੇ ਇੱਕ ਸ਼ਾਹੂਕਾਰ ਨੇ ਭੰਡਾਰਾ ਕੀਤਾ ਹੋਇਆ। ਮਹਾਰਾਜ ਨੇ ਪੁੱਛਿਆ ਉਹ ਸ਼ਾਹੂਕਾਰ ਕਾਹਦਾ ਭੰਡਾਰਾ ਕੀਤਾ? ਕਹਿਣ ਲੱਗਾ ਜੀ ਮੇਰੇ ਪਿਤਾ ਦਾ ਸ਼ਰਾਧ ਹੈ। ਮਹਾਰਾਜ ਕਹਿੰਦੇ ਠੀਕ ਹੈ, ਸ਼ਰਾਧ ਕਿਉਂ ਕੀਤਾ?
ਮੇਰਾ ਪਿਤਾ ਕਹਿੰਦਾ ਸਵਰਗਾਂ ਵਿੱਚ ਬੈਠਾ ਹੈ, ਇੱਥੇ ਮੈਂ ਲੋਕਾਂ ਨੂੰ ਲੰਗਰ ਛਕਾਵਾਂਗਾ, ਮੇਰੇ ਪਿਤਾ ਨੂੰ ਪਹੁੰਚੇਗਾ। ਤੇ ਸਤਿਗੁਰੂ ਕਹਿਣ ਲੱਗੇ ਵੀ ਤੈਨੂੰ ਕਿਵੇਂ ਪਤਾ ਵੀ ਉਹ ਸਵਰਗਾਂ ਨੂੰ ਪਹੁੰਚਿਆ? ਮਹਾਰਾਜ ਹੋਰ ਮੇਰਾ ਪਿਤਾ ਨਰਕਾਂ 'ਚ ਥੋੜ੍ਹੀ ਜਾ ਸਕਦਾ। ਸਾਨੂੰ ਆਪਣੇ ਬੱਚੇ ਤੇ ਆਪਣੇ ਕਿਸੇ ਪਰਿਵਾਰ ਦੇ ਮੈਂਬਰ ਤੇ ਬੜਾ ਹੀ ਮਾਣ ਹੁੰਦਾ, ਪਤਾ ਤਾਂ ਉਦੋਂ ਲੱਗਦਾ ਜਦੋਂ ਉਹਦੀ ਕਰਤੂਤ ਸਾਹਮਣੇ ਆਉਂਦੀ। ਮਹਾਰਾਜ ਕਹਿਣ ਲੱਗੇ ਤੇਰਾ ਪਿਤਾ ਬਘਿਆੜ ਬਣ ਗਿਆ, ਉਹ ਮੁਕਤ ਨਹੀਂ ਹੋਇਆ। ਹੈਰਾਨ ਹੋ ਗਿਆ ਮਹਾਰਾਜ, ਉਹ ਬਘਿਆੜ ਕਿਵੇਂ ਬਣ ਸਕਦਾ ਹੈ? ਸਤਿਗੁਰੂ ਕਹਿਣ ਲੱਗੇ ਜਦੋਂ ਤੇਰਾ ਪਿਤਾ ਸਰੀਰ ਛੱਡਣ ਲੱਗਾ ਸੀ ਨਾ, ਤੇ ਗੁਆਂਢੀਆਂ ਦੇ ਪਤੀਲੇ ਵਿੱਚ ਉਸ ਵੇਲੇ ਮਾਸ ਰਿਝਦਾ ਪਿਆ, ਮੁਰਗਾ ਬਣਦਾ ਪਿਆ। ਤੇ ਮੰਜੇ ਤੇ ਪੈ ਨੂੰ ਜਦੋਂ ਤੜਕਾ ਲੱਗਾ ਨਾ ਮਾਸ ਨੂੰ, ਤੇ ਬੜੀ ਸੋਹਣੀ ਖੁਸ਼ਬੂ ਆਈ। ਮਨ ਵਿੱਚ ਵਿਚਾਰ ਆਇਆ ਵੀ ਆਹ ਜਿਹੜਾ ਮੁਰਗਾ ਗੁਆਂਢੀਆਂ ਦੇ ਘਰੇ ਬਣਿਆ, ਜੇ ਕਿਤੇ ਪੈ ਕੇ ਭਾਂਡੇ ਵਿੱਚ ਮੇਰੇ ਕੋਲ ਆਵੇ ਤਾਂ ਮੈਂ ਬੜਾ ਆਨੰਦ ਨਾਲ ਖਾਵਾਂ। ਅਜੇ ਸੋਚਦਾ ਹੀ ਪਿਆ, ਇੰਨੇ ਚਿਰ ਨੂੰ ਜਾਮ ਆ ਗਿਆ ਵੀ ਚੱਲ ਭਾਈ ਮੁਰਗਾ ਦੇ ਬਾਅਦ ਵਿੱਚ ਖਾਵਾਂਗੇ, ਪਹਿਲਾਂ ਤੈਨੂੰ ਮੁਰਗਾ ਬਣਾਉਂਦੇ ਆ ਲਿਜਾ ਕੇ। ਹੁਣ ਜਦੋਂ ਜਾਮ ਆ ਗਿਆ ਲੈਣ ਵਾਸਤੇ, ਤੇ ਉਹ ਉੱਥੇ ਹੀ ਰਹਿ ਗਿਆ ਧਿਆਨ ਵੀ ਆ ਮੁਰਗੇ ਦੀ ਖੁਸ਼ਬੂ ਜਿਹੜੀ ਹੈ ਮੈਂ ਛੱਡ ਚੱਲਿਆ। ਤੇ ਸਤਿਗੁਰੂ ਕਹਿਣ ਲੱਗੇ ਧਿਆਨ ਰਹਿ ਗਿਆ ਮਾਸ ਖਾਣ ਦੇ ਵਿੱਚ, ਤੇਰਾ ਬਾਪੂ ਬਘਿਆੜ ਬਣ ਕੇ ਫਲਾਣੀ ਝਾੜੀ ਦੇ ਵਿੱਚ ਬੈਠਾ ਹੈ, ਉਹ ਮੁਕਤ ਨਹੀਂ ਹੋਇਆ। ਜੇ ਯਕੀਨ ਨਹੀਂ ਆਉਂਦਾ ਤੇ ਜਾ ਕੇ ਪੁੱਛ ਲਾ। ਕਹਿਣ ਲੱਗਾ ਜੀ ਉਹ ਜੇ ਬਘਿਆੜ ਬਣ ਗਿਆ ਤੇ ਮੇਰਾ ਤੇ ਉਹਦਾ ਫਿਰ ਰਿਸ਼ਤਾ ਤੇ ਕੋਈ ਨਾ ਰਹਿ ਗਿਆ, ਉਹ ਮੇਰੇ ਤੇ ਵੀ ਹਮਲਾ ਕਰ ਸਕਦਾ। ਜਿਹੜਾ ਮਾਸ ਖਾਣ ਦੀ ਇੱਛਾ ਲੈ ਕੇ ਮਰਿਆ ਤੇ ਜਾਨਵਰ ਬਣ ਗਿਆ, ਤੇ ਉਹ ਤੇ ਫਿਰ ਮੇਰੇ ਮਾਸ ਨੂੰ ਵੀ ਖਾਵੇਗਾ, ਮੈਂ ਉਹਦਾ ਪੁੱਤਰ ਥੋੜ੍ਹੀ ਹੁਣ ਰਹਿ ਗਿਆ। ਸਤਿਗੁਰੂ ਕਹਿਣ ਲੱਗੇ ਜਾ ਤੂੰ ਉਹਦੇ ਕੋਲ, ਉਹ ਤੈਨੂੰ ਖਾਏਗਾ ਨਹੀਂ ਪਰ ਤੈਨੂੰ ਯਕੀਨ ਦਿਵਾ ਦੇਵੇਗਾ। ਚਲਾ ਗਿਆ ਕੋਲ, ਉਹ ਬਘਿਆੜ ਜਿਹੜਾ ਸੀ ਨਾ ਉਸਨੇ ਫਿਰ ਦੱਸਿਆ, ਕਹਿਣ ਲੱਗਾ ਵੀ ਜੋ ਗੁਰੂ ਨਾਨਕ ਸਾਹਿਬ ਨੇ ਆਖਿਆ ਨਾ ਉਹ ਬਿਲਕੁਲ ਠੀਕ ਹੈ। ਮੇਰੀ ਵਾਕਿਆ ਹੀ ਧਿਆਨ ਚਲੇ ਗਿਆ, ਮਰਨ ਵੇਲੇ ਮਾਸ ਦੇ ਵਿੱਚ ਮੈਂ ਬਘਿਆੜ ਬਣਿਆ ਹਾਂ, ਪਰ ਤੂੰ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਕਰਕੇ ਆਇਆ, ਮੈਂ ਤੇਰੇ ਦਰਸ਼ਨ ਕਰ ਲੈ ਨਾ, ਮੇਰਾ ਉਹ ਪਾਪ ਜਿਹੜਾ ਇਹਨੂੰ ਨਾਸ ਹੋ ਗਿਆ, ਖਤਮ ਹੋ ਗਿਆ। ਇੱਕ ਵਾਰੀ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ। ਇਹ ਗੁਰੂ ਦੇ ਦਰਸ਼ਨਾਂ ਦਾ ਫਲ ਹੈ। ਤਾਂ ਹੀ ਆਖਿਆ ਜਾਂਦਾ ਭਾਈ ਬਹੁਤਾ ਮਾਸ ਮੱਛੀ ਨਾ ਖਾਇਆ ਕਰੋ, ਛੱਡੋ ਜਿੰਨਾ ਕੁਝ ਖਾ ਪੀ ਲਿਆ ਨਾ ਜ਼ਿੰਦਗੀ ਵਿੱਚ, ਬਹੁਤ ਕੁਝ ਖਾ ਲਿਆ। ਹੁਣ ਗੁਰੂ ਦੇ ਦਰ ਨੂੰ ਚੱਲੋ, ਜੇ ਸਾਰੀ ਉਮਰ ਖਾਂਦੇ ਰਹੇ ਨਾ ਤੇ ਉਹਨਾਂ ਦੇ ਮਰਨ ਵੇਲੇ ਕਿਤੇ ਫਿਰ ਸਾਡੇ ਗੁਆਂਢੀਆਂ ਦੇ ਮੁਰਗਾ ਬਣੇ ਤੇ ਸਾਡਾ ਧਿਆਨ ਉਧਰ ਚਲੇ ਜਾਵੇ। ਉਹ ਬਘਿਆੜ ਦੀ ਜੂਨੀ ਅਜੇ ਖਤਮ ਨਹੀਂ ਹੋਈ, ਅਜੇ ਵੀ ਬਘਿਆੜ ਬਣਦੇ ਪਏ ਦੁਨੀਆ ਦੇ ਲੋਕ। ਇਸ ਕਰਕੇ ਤਾਂ ਮਹਾਰਾਜ ਨੇ ਇਹਨਾਂ ਗੱਲਾਂ ਤੋਂ ਸਾਨੂੰ ਛਡਾਇਆ ਹੈ ਵੀ ਮੇਰਾ ਸਿੱਖ ਇਹੋ ਜਿਹੀ ਵਸਤੂ ਖਾਈ ਨਾ ਜਿਹਦੇ ਨਾਲ ਇਹਦਾ ਧਿਆਨ ਉਧਰ ਜਾਵੇ ਔਰ ਉਸ ਧਿਆਨ ਕਰਕੇ ਇਸ ਨੂੰ ਜਨਮਾਂ ਵਿੱਚ ਪੈਣਾ ਪਵੇ। ਮਹਾਰਾਜ ਕਹਿਣ ਲੱਗੇ ਜਿਹੇ ਕਰਮ ਕਮਾਏ, ਬੰਦਿਆ ਜਿਹੋ ਜਿਹਾ ਤੂੰ ਕਰਮ ਕਰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ, ਔਰ ਜਿਹੜਾ ਕਰਮ ਹੈ ਨਾ ਉਹ ਅਸੀਂ ਆਪਣੀ ਮਰਜ਼ੀ ਨਾਲ ਕਰਦੇ ਹਾਂ। ਕੋਈ ਸਾਨੂੰ ਇਹ ਤੇ ਨਹੀਂ ਨਾ ਕਹਿੰਦਾ ਵੀ ਤੂੰ ਇੱਥੇ ਬੇਈਮਾਨੀ ਕਰ ਜਾ, ਇੱਥੇ ਰਿਸ਼ਵਤ ਲੈ, ਅਸੀਂ ਆਪਣੀ ਮਰਜ਼ੀ ਨਾਲ ਉਹ ਸਭ ਕੁਝ ਕਰਦੇ ਹਾਂ। ਜਿਹੋ ਜਿਹਾ ਕਰਮ ਅਸੀਂ ਕਰਾਂਗੇ, ਜਿਹੇ ਕਰਮ ਕਮਾਏ, ਜਿਸ ਤਰ੍ਹਾਂ ਦੇ ਕਰਮ ਕਮਾਏ ਨੇ, ਕਮਾਈ ਕੀਤੀ ਹੈ, ਭਾਵੇਂ ਉਹ ਪਾਪ ਦੇ ਕੀਤੇ ਭਾਵੇਂ ਪੁੰਨ ਦੇ ਕੀਤੇ, ਮਹਾਰਾਜ ਕਹਿਣ ਲੱਗੇ ਤੇਹਾ ਹੋਏ ਸੀ, ਉਹੋ ਜਿਹਾ ਫਲ ਤੈਨੂੰ ਮਿਲਣਾ ਹੈ, ਉਹੋ ਜਿਹਾ ਫਲ ਭੁਗਣੇ ਪੈਂਦੇ ਹਨ। ਅੰਮ੍ਰਿਤ ਹਰਿ ਕਾ ਨਾਉ ਆਪ ਵਰਤਾਏ ਸੀ। ਪਰ ਪਰਮਾਤਮਾ ਦਾ ਨਾਮ ਅੰਮ੍ਰਿਤ ਹੈ। ਜਿਹੜਾ ਉਸ ਅੰਮ੍ਰਿਤ ਨਾਮ ਨੂੰ ਆਪ ਜਪਦਾ ਹੈ, ਆਪ ਵਾਹਿਗੁਰੂ ਵਾਹਿਗੁਰੂ ਕਹਿੰਦਾ ਹੈ, ਤੇ ਦੂਜਿਆਂ ਨੂੰ ਵੀ ਵਰਤਾਉਂਦਾ ਹੈ। ਦੂਜਿਆਂ ਨੂੰ ਵਰਤਾਉਣ ਤੋਂ ਭਾਵ ਹੁੰਦਾ ਵੀ ਮੈਂ ਆਪ ਜਪਦਾ ਪਿਆ ਤੇ ਦੂਜਿਆਂ ਨੂੰ ਵੀ ਕਹਿਣਾ ਵੀ ਚਲੋ ਭਾਈ ਤੂੰ ਵੀ ਆ ਮੇਰੇ ਕੋਲ ਬੈਠ, ਆਪਾਂ ਦੋਨੇ ਜਾਣੇ ਜਪੀਏ। ਦੂਜੇ ਨੂੰ ਕਹਿ ਕੇ ਨਾਲ ਜਪਾਉਣਾ, ਉਹਨੂੰ ਕਹਿੰਦੇ ਦੂਜੇ ਨੂੰ ਵਰਤਾਇਆ। ਪਰ ਅਸੀਂ ਤੇ ਗੁਰਮੁਖੋ ਜੇ ਕਿਤੇ ਨਿਤਨੇਮ ਕਰਦੇ ਹੋਈਏ ਨਾ ਗੁਟਕਾ ਸਾਹਿਬ ਤੋਂ, ਤੇ ਸਾਡੇ ਲਾਗੇ ਕੋਈ ਬੈਠ ਜਾਵੇ ਤੇ ਅਸੀਂ ਗੁਟਕਾ ਸਾਹਿਬ ਹੀ ਪਰੇ ਨੂੰ ਕਰ ਲੈਂਦੇ, ਇਹਨੂੰ ਕਿਤੇ ਪਤਾ ਹੀ ਨਾ ਲੱਗ ਜਾ ਵੀ ਮੈਂ ਕਿਹੜਾ ਪਾਠ ਕਰਦਾ ਪਿਆ। ਜਿਵੇਂ ਛੋਟੇ ਛੋਟੇ ਬੱਚੇ ਪੜ੍ਹਦੇ ਨਾ ਸਕੂਲ ਵਿੱਚ, ਤੋਂ ਪੇਪਰ ਦਿੰਦੇ ਤੇ ਉਹਦੇ ਪੇਪਰ ਵੱਲ ਕੋਈ ਵੇਖ ਲਵੇ ਤੇ ਪਰੇ ਨੂੰ ਕਰ ਲੈਂਦਾ ਆਪਣੇ ਕਾਗਜ਼ ਵੀ ਮੇਰੀ ਨਕਲ ਨਾ ਕਿਤੇ ਕੋਈ ਮਾਰ ਲਵੇ, ਕਿਤੇ ਇਹ ਵੀ ਪਾਸ ਨਾ ਹੋ ਜਾਵੇ, ਇਹ ਵੀ ਨਾ ਕਿਤੇ ਨੰਬਰ ਲੈ ਜਾਵੇ। ਸਾਡੀਆਂ ਉਹ ਆਦਤਾਂ ਗਈਆਂ ਥੋੜ੍ਹੀਆਂ ਨੇ। ਉਸੇ ਤਰ੍ਹਾਂ ਹੀ ਨੇ ਅਸੀਂ ਵੱਡੇ ਜ਼ਰੂਰ ਹੋ ਗਏ ਪਰ ਆਦਤਾਂ ਉਹੀ ਨੇ। ਨਿਤਨੇਮ ਕਰਦਾ ਪਿਆ,
ਕੋਲ ਕੋਈ ਬੈਠ ਗਿਆ, ਇਹਦੇ ਮਨ ਵਿੱਚ ਇਹ ਆ ਗਿਆ ਵੀ ਜੇ ਇਹਨੂੰ ਪਤਾ ਲੱਗ ਗਿਆ ਨਾ ਵੀ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਦਾ ਪਿਆ, ਇਹ ਕੱਲ੍ਹ ਨੂੰ ਕਿਤੇ ਗੁਟਕਾ ਸਾਹਿਬ ਇਹ ਵੀ ਨਾ ਫੜ ਲਵੇ, ਤੇ ਮੈਂ ਗੁਰੂ ਦੇ ਕੋਲੋਂ ਫਲਾਣੀ ਵਸਤੂ ਲੈਣੀ ਹੈ, ਇਹ ਨਾ ਹੋਵੇ ਮੇਰੇ ਤੋਂ ਪਹਿਲਾਂ ਇਹ ਲੈ ਕੇ ਚਲਾ ਜਾਵੇ। ਸਾਡੇ ਮਨ ਦੇ ਵਿਚਾਰ ਨੇ। ਮਹਾਰਾਜ ਕਹਿਣ ਲੱਗੇ ਬਚਨ ਇਹ ਹੈ, ਅੰਮ੍ਰਿਤ ਹਰਿ ਕਾ ਨਾਉ, ਅੰਮ੍ਰਿਤ ਨਾਮ ਹੈ ਪਰਮਾਤਮਾ ਦਾ, ਉਹਨੂੰ ਜਪਿਆ ਕਰ ਤੇ ਫਿਰ ਆਪ ਵਰਤਾਏ ਸੀ, ਅੱਗੇ ਵਰਤਾਇਆ ਵੀ ਕਰ ਸਕੋ, ਦੂਜੇ ਨੂੰ ਉਤਸ਼ਾਹ ਦਿਆ ਕਰ ਵੀ ਚੱਲ ਭਾਈ ਆ ਗੁਰਬਾਣੀ ਦਾ ਪਾਠ ਤੂੰ ਵੀ ਕਰ, ਆਪਾਂ ਬੈਠ ਕੇ ਨਾਮ ਜਪੀਏ, ਇਹ ਅੱਗੇ ਵਰਤਾਉਣਾ ਹੈ। ਚੱਲਿਆ ਪਾਸਿਓਂ ਜਨਮ ਸਵਾਰ ਵਾਜਾ ਵਾਏ ਸੀ। ਐਸਾ ਜਿਹੜਾ ਗੁਰਮੁਖ ਹੈ, ਨਾਮ ਜਪਣ ਵਾਲਾ, ਨਾਮ ਅੱਗੇ ਵਰਤਾਉਣ ਵਾਲਾ, ਉਹ ਫਿਰ ਆਪਣਾ ਇੱਜ਼ਤ ਦੇ ਨਾਲ ਇੱਥੇ ਜਨਮ ਸਵਾਰ ਕੇ ਚੱਲਿਆ, ਉਹਦਾ ਜਨਮ ਇੱਥੇ ਸਫਲਾ ਹੋ ਗਿਆ, ਇੱਥੇ ਵੀ ਇੱਜ਼ਤ ਮਿਲੀ ਹੈ, ਮਾਣ ਮਿਲਿਆ ਹੈ। ਅਤੇ ਮਹਾਰਾਜ ਕਹਿਣ ਲੱਗੇ ਵਾਜਾ ਵਾਏ ਸੀ, ਅੱਗੇ ਵੀ ਉਹਦੇ ਵਾਜੇ ਹੀ ਵੱਜਦੇ ਜਾਣਗੇ। ਵਾਜੇ ਕਾਹਦੇ? ਜਸ ਦੇ ਵਾਜੇ, ਜਿਹਨੂੰ ਆਪਾਂ ਕਹਿੰਦੇ ਫਲਾਣੇ ਦੇ ਸੋਹਲੇ ਗਾਏ ਗਏ, ਇੱਥੇ ਵੀ ਉਹਦੇ ਜਸ ਦੇ ਹੀ ਵਾਜੇ ਵੱਜਦੇ। ਜਸ ਹੀ ਹੁੰਦਾ, ਵਡਿਆਈ ਹੁੰਦੀ ਹੈ। ਜਦੋਂ ਪਰਲੋਕ ਵਿੱਚ ਜਾਂਦਾ ਉੱਥੇ ਵੀ ਗੁਰੂ ਉਹਦੇ ਜਸ ਦੇ ਵਾਜੇ ਵਜਾ ਦਿੰਦਾ, ਉੱਥੇ ਵੀ ਜਸ ਹੁੰਦਾ, ਵਡਿਆਈ ਹੁੰਦੀ ਹੈ। ਪਰਲੋਕ ਦੇ ਵਿੱਚ ਵੀ ਉਹਨਾਂ ਨੂੰ ਸਤਿਕਾਰ ਮਿਲਦਾ ਹੈ। ਮਾਨਸ ਕਿਆ ਵਿਚਾਰਾ ਤਿਹੋ ਲੋਕ ਸੁਣਾਏ ਸੀ। ਗੁਰੂ ਪਾਤਸ਼ਾਹ ਕਹਿਣ ਲੱਗੇ ਬੰਦਾ ਕੀ ਹੈ, ਉਹਦੇ ਜਸ ਦੇ ਵਾਜੇ ਤੇ ਪ੍ਰਮਾਤਮਾ ਦੇਵਤਿਆਂ ਨੂੰ ਵੀ ਸੁਣਾ ਦਿੰਦਾ ਹੈ, ਦੇਵਤੇ ਵੀ ਉਹਦੇ ਜਸ ਦੇ ਵਾਜੇ ਸੁਣਦੇ ਹਨ। ਨਾਨਕ ਆਪ ਨਿਹਾਲ ਸਭ ਕੁੱਲ ਤਾਰਸੀ। ਨਾਮ ਜਪਣ ਵਾਲਾ ਆਪ ਨਿਹਾਲ ਹੋ ਜਾਂਦਾ ਹੈ, ਮੁਕਤ ਹੋ ਜਾਂਦਾ ਹੈ, ਸਫਲਾ ਹੋ ਜਾਂਦਾ ਹੈ। ਨਾਮ ਜਪਣ ਵਾਲੇ ਦੀਆਂ ਕੁੱਲਾਂ ਤਰ ਜਾਂਦੀਆਂ, ਉਹਦੀਆਂ ਕੁੱਲਾਂ ਜਿਹੜੀਆਂ 21 ਕੁੱਲਾਂ ਲਿਖੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਵੀ 21 ਕੁੱਲਾਂ ਦਾ ਉਧਾਰ ਹੋ ਜਾਂਦਾ। 21 ਕੁੱਲਾਂ ਜਿਹੜੀਆਂ ਨੇ ਉਹ ਤੇਰੇ ਜਨਮ ਤੋਂ ਪਿਛਲੀਆਂ ਨੇ, ਪਿੱਛੇ ਨੂੰ ਗਈਆਂ ਹੋਈਆਂ। ਪਿੱਛੇ ਨੂੰ ਜਿਵੇਂ ਤੇਰਾ ਬਾਪ ਹੈ, ਦਾਦਾ ਹੈ, ਪੜਦਾਦਾ ਹੈ, ਲੱਕੜ ਦਾਦਾ ਹੈ, 7 ਕੁੱਲਾਂ ਬੰਦੇ ਦੀਆਂ ਆਪਣੀਆਂ ਤਰਦੀਆਂ ਪਿੱਛੇ ਨੂੰ, ਦਾਦਿਆਂ ਪੜਦਾਦਿਆਂ ਤੱਕ, ਲੱਕੜ ਦਾਦਿਆਂ ਤੱਕ। ਨਾਮ ਜਪਣ ਵਾਲੇ ਦੀਆਂ 7 ਕੁੱਲਾਂ ਫਿਰ ਨਾਨਕਿਆਂ ਦੀਆਂ ਤਰ ਜਾਂਦੀਆਂ। ਮਾਮਾ ਹੈ, ਨਾਨਾ ਹੈ, ਨਾਨੇ ਦਾ ਅੱਗੇ ਬਾਪ, ਫਿਰ ਉਹਦਾ ਅੱਗੇ ਬਾਪ, ਉਹ ਵੀ 7 ਕੁੱਲਾਂ, ਨਾਨਕਿਆਂ ਦਾ ਵੀ ਭਲਾ ਹੋ ਜਾਂਦਾ। ਤੇ ਜੇ ਉਹ ਵਿਆਹਿਆ ਹੋਇਆ ਨਾ ਨਾਮ ਜਪਣ ਵਾਲਾ, ਤੇ ਫਿਰ 7 ਕੁੱਲਾਂ ਨਾਲ ਸਹੁਰਿਆਂ ਦੀਆਂ ਵੀ ਤਰ ਜਾਂਦੀਆਂ। ਇਸ ਤਰ੍ਹਾਂ 7 ਕੁੱਲਾਂ ਦਾ ਭਲਾ ਹੈ। ਨਾਨਕੇ ਵੀ ਤਰ ਗਏ, ਦਾਦਕੇ ਵੀ ਤਰ ਗਏ, ਸਹੁਰੇ ਵੀ ਤਰ ਗਏ। ਹੋਰ ਹੁਣ ਨਾਮ ਦੇ ਵਿੱਚੋਂ ਆਪਾਂ ਕੀ ਲੈਣਾ ਹੈ? ਇੰਨਾ ਕੁਝ ਮਹਾਰਾਜ ਦਿੰਦੇ ਪਏ। ਸਤਿਗੁਰੂ ਕਹਿਣ ਲੱਗੇ ਨਾਨਕ ਆਪ ਨਿਹਾਲ ਸਭ ਕੁੱਲ ਤਾਰਸੀ। ਉਹ ਆਪ ਨਿਹਾਲ ਹੋ ਜਾਂਦਾ ਜਿਹਨੇ ਨਾਮ ਜਪਿਆ। ਉਹਦੀਆਂ ਕੁੱਲਾਂ ਨਾਨਕਿਆਂ ਦੀਆਂ, ਦਾਦਕਿਆਂ ਦੀਆਂ, ਸਹੁਰਿਆਂ ਦੀਆਂ 7 ਸਾਰਿਆਂ ਦੀਆਂ ਇਕੱਠੀਆਂ ਹੋ ਗਈਆਂ। 21 ਕੁੱਲਾਂ ਦਾ ਭਲਾ ਹੋ ਜਾਂਦਾ। ਪਰ ਇਹ ਤੇ ਕੇਵਲ ਗਿਣਤੀ ਹੈ। ਨਾਮ ਦੀ ਮਹਿਮਾ ਤੇ ਗੁਰਮੁਖੋ ਬਹੁਤ ਵੱਡੀ ਹੈ। ਕਿਨਕਾ ਏਕ ਜਿਸ ਜੀਵ ਸਾਵੈ ਤਾਕੀ ਮਹਿਮਾ ਗਨੀ ਨਾ। ਨਾਮ ਦੀ ਮਹਿਮਾ ਤੇ ਕੋਈ ਕਥਾ ਨਹੀਂ ਕਰ ਸਕਦਾ। 21 ਤੇ ਕੀ, ਉਹਨਾਂ ਦੀਆਂ 2100 ਹੀ ਭਲਾ ਹੋ ਜਾਂਦਾ ਜਿਨ੍ਹਾਂ ਨੇ ਨਾਮ ਜਪਿਆ ਹੈ। ਸਾਰੀਆਂ ਹੀ ਮਾਫ ਹੋ ਜਾਂਦੀਆਂ, ਰਹਿ ਹੀ ਕੋਈ ਨਹੀਂ ਜਾਂਦੀ ਹੈ। ਇਹ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਇਸ ਤਰ੍ਹਾਂ ਜਿਹੜਾ ਹੈ ਸਾਨੂੰ ਉਪਦੇਸ਼ ਦਿੰਦੇ ਹਨ। ਸੋਹੀ ਮਹੱਲਾ ਪਹਿਲਾ, ਜੋਗੀ ਹੋਵੇ ਜੋਗਵੈ, ਭੋਗੀ ਹੋਵੇ ਖਾਏ। ਜੋਗੀ ਜਿਹੜਾ ਹੈ ਨਾ, ਜਿਹਨੇ ਕੰਨਾਂ ਵਿੱਚ ਬਲੌਰ ਦੀਆਂ ਮੁੰਦਰਾਂ ਪਾਈਆਂ, ਭਗਵੇਂ ਕੱਪੜੇ ਪਾ ਲਿਆ, ਗੋਰਖਨਾਥ ਦਾ ਚੇਲਾ ਬਣ ਗਿਆ ਤੇ ਅਲੱਖ ਨਿਰੰਜਨ ਕਰਕੇ ਦਰਵਾਜ਼ੇ ਤੇ ਆਵਾਜ਼ ਦਿੰਦਾ, ਕਹਿਣ ਲੱਗੇ ਜੋਗੀ ਹੋਵੇ ਜੋਗਵੈ। ਜਿਹੜਾ ਜੋਗੀ ਹੈ ਉਹ ਯੋਗ ਦੇ ਨਾਲ ਜੁੜਿਆ ਹੋਇਆ, ਯੋਗ ਸਾਧਨਾ ਕਰਦਾ ਹੈ। ਫਰਮਾਉਂਦੇ ਹਨ ਭੋਗੀ ਹੋਵੇ ਖਾਏ। ਜਿਹੜਾ ਭੋਗੀ ਹੈ ਨਾ ਮੇਰੇ ਵਰਗਾ, ਉਹਦਾ ਕੰਮ ਹੈ ਵੀ ਛਕਣਾ ਛਕਾਉਣਾ। ਇੱਥੇ ਲੰਗਰ ਲੱਗਾ, ਇੱਥੇ ਬੈਠ ਜਾਓ, ਛਕਿਆ, ਅੱਗੇ ਲੰਗਰ ਲੱਗ ਗਿਆ, ਫਿਰ ਉੱਥੇ ਬੈਠ ਜਾਓ। ਭੋਗੀਆਂ ਦਾ ਕੰਮ ਹੁੰਦਾ ਭੋਗ ਲਾਉਣਾ, ਛਕਣਾ, ਜਿੱਥੇ ਮਿਲਦਾ ਬਸ ਛਕੀ ਜਾਓ। ਉਹਨਾਂ ਨੇ ਆਪਣੇ ਪੇਟ ਨੂੰ ਕੂੜੇਦਾਨ ਬਣਾ ਲਿਆ, ਜਿਵੇਂ ਕੂੜੇਦਾਨ ਵਿੱਚ ਜੋ ਮਰਜ਼ੀ ਸੁੱਟੀ ਜਾਓ। ਛਕਣ ਵਾਲੇ, ਜਿਹੜਾ ਛਕਣ ਦਾ ਸ਼ੌਕੀਨ ਹੈ, ਉਹਦਾ ਪੇਟ ਵੀ ਕੂੜੇਦਾਨ ਹੀ ਹੈ। ਉਹਨੇ ਇਹ ਨਹੀਂ ਵੇਖਣਾ ਵੀ ਮੌਸਮ ਕਿਹੜਾ, ਠੰਡ ਦਾ ਹੈ ਕਿ ਗਰਮੀ ਦਾ ਹੈ,
ਮੈਂ ਪਦਾਰਥ ਹੁਣੇ ਕਿਹੜਾ ਖਾਦਾ ਸੀ, ਨਮਕ ਵਾਲਾ ਖਾਦਾ ਕਿ ਘਿਓ ਵਾਲਾ ਖਾਦਾ ਕਿ ਠੰਡਾ ਖਾਦਾ ਕਿ ਤੱਤਾ ਖਾਦਾ। ਨਹੀਂ, ਐਸੀ ਵਿਚਾਰ ਨਹੀਂ ਹੈ। ਬਸ ਦੱਬੀ ਜਾਣਾ, ਕੰਮ ਮਿਲਣਾ ਚਾਹੀਦਾ ਅੱਗੋਂ ਛਕਣ ਵਾਸਤੇ। ਬੱਕਰੀ ਵਾਂਗੂ ਮੂੰਹ ਚੱਲਦਾ ਹੀ ਰਹੇਗਾ। ਮਹਾਰਾਜ ਕਹਿਣ ਲੱਗੇ ਭੋਗੀ ਹੋਵੇ ਖਾਏ। ਜਿਹੜਾ ਖਾਣ ਦਾ ਸ਼ੌਕੀਨ ਹੈ ਨਾ, ਉਹਦਾ ਭਾਵੇਂ ਢਿੱਡ ਭੜੋਲਾ ਬਣ ਜਾਵੇ ਪਰ ਉਹ ਛਕਣੋਂ ਨਹੀਂ ਹਟਦਾ। ਫਿਰ ਭਾਵੇਂ ਬਿਮਾਰੀ ਲੱਗੇ, ਉਹ ਵੱਖਰੀ ਗੱਲ ਹੈ। ਮਹਾਰਾਜ ਕਹਿਣ ਲੱਗੇ ਜੋਗੀ ਦਾ ਕੰਮ ਹੈ ਯੋਗ ਸਾਧਨਾ ਕਰਨੀ, ਤੇ ਭੋਗੀ ਦਾ ਕੰਮ ਹੈ ਪਦਾਰਥ ਛਕਣੇ। ਫਿਰ ਉਹ ਪਦਾਰਥਾਂ ਨੂੰ ਛਕਦਾ ਹੈ। ਤਪਿਆ ਹੋਵੇ ਤਪ ਕਰੇ। ਜਿਹੜਾ ਤਪਸਵੀ ਹੈ ਉਹਦਾ ਕੰਮ ਹੈ ਤਪ ਕਰਨਾ। ਜਿਹੜਾ ਤਪਸਵੀ ਬਣ ਗਿਆ ਨਾ, ਤਪ ਕਰਨ ਵਾਲਾ, ਤਪ ਕਰਨ ਵਾਲੇ ਨੂੰ ਤਪਸਵੀ ਆਖਿਆ ਜਾਂਦਾ ਹੈ। ਤੀਰਥ ਮਲ ਮਲ ਨਾਏ। ਜਿਹੜਾ ਤੀਰਥਾਂ ਤੇ ਜਾਣ ਵਾਲਾ ਹੈ, ਉਹਦਾ ਭਾਵ ਇਹ ਹੁੰਦਾ ਵੀ ਅੱਜ ਮੈਂ ਗੰਗਾ ਨਹਾ ਆਇਆ, ਹੁਣ ਮੈਂ ਗੋਦਾਵਰੀ ਜਾਣਾ, ਹੁਣ ਮੈਂ ਜਮਨਾ ਜਾਣਾ, ਹੁਣ ਮੈਂ ਹਰਿਦੁਆਰ ਜਾਣਾ, ਹੁਣ ਮੈਂ ਪ੍ਰਯਾਗਰਾਜ ਜਾਣਾ, ਹੁਣ ਮੈਂ ਇੱਥੇ ਜਾਣਾ, ਮੈਂ ਉੱਥੇ ਜਾਣਾ। ਉਹ ਨੱਕ ਫੜ ਫੜ ਕੇ ਬੜੀਆਂ ਟੁੱਬੀਆਂ ਮਾਰਦਾ ਪਾਣੀ ਵਿੱਚ ਵੀ ਆਹ ਵੀ ਇਸ਼ਨਾਨ ਕਰ ਲਵਾਂ, ਆ ਮੇਰੇ ਬਾਪ ਦੀ ਟੁੱਬੀ ਆ, ਮਾਂ ਦੀ ਟੁੱਬੀ ਆ, ਸਾਰਿਆਂ ਦਾ ਨਾਂ ਲੈ ਕੇ ਉੱਥੇ ਟੁੱਬੀਆਂ ਲਾਉਂਦਾ ਵੀ ਸਾਰਿਆਂ ਦੀ ਮੈਲ ਧੋ ਲਵਾਂ। ਸਾਰਿਆਂ ਦੀ ਕੀ ਧੋਣੀ ਹੈ, ਧੋ ਤੇ ਆਪਣੀ ਵੀ ਨਹੀਂ ਸਕਿਆ ਹੈ। ਮਹਾਰਾਜ ਕਹਿਣ ਲੱਗੇ ਤੀਰਥ ਤੇ ਜਾਣ ਵਾਲਾ ਮਲ ਮਲ ਕੇ ਨਹਾਉਂਦਾ ਵੀ ਮੇਰੇ ਪਾਪ ਉਤਰ ਜਾਣਾ ਕਰਨਾ। ਤੇਰਾ ਸਦੜਾ ਸੁਣੀ ਜੇ ਭਾਈ, ਜੇ ਕੋ ਬਹਿ ਅਲਾਏ। ਜੇ ਕੋਈ ਬੈਠ ਕੇ ਮਨ ਇਕਾਗਰ ਕਰਕੇ ਤੇਰੇ ਨਾਮ ਨੂੰ ਜਪੇ, ਐਸਾ ਜਿਹੜਾ ਗੁਰਮੁਖ ਹੈ ਤੇਰਾ ਸਦੜਾ ਸੁਣੀਜੈ, ਉਹਦੇ ਕੋਲੋਂ ਮੈਨੂੰ ਉਪਦੇਸ਼ ਸੁਣਨਾ ਪ੍ਰਾਪਤ ਹੋਵੇ। ਮੈਂ ਨਹੀਂ ਚਾਹੁੰਦਾ ਵੀ ਕੋਈ ਤੀਰਥ ਯਾਤਰੀ ਹੈ, ਕੋਈ ਜਪੀ ਹੈ, ਕੋਈ ਤਪੀ ਹੈ, ਕੋਈ ਭੋਗੀ ਹੈ, ਉਹਨਾਂ ਦੇ ਕੋਲੋਂ ਤਾਂ ਮੈਨੂੰ ਕੁਝ ਨਹੀਂ ਮਿਲਣਾ। ਪਰ ਪਰਮਾਤਮਾ ਕਿਰਪਾ ਹੋਵੇ ਜਿਨ੍ਹਾਂ ਨੇ ਤੇਰੇ ਨਾਮ ਨੂੰ ਸੁਣਿਆ ਹੈ, ਬੈਠ ਕੇ ਤੇਰੇ ਨਾਮ ਨੂੰ ਜਪਿਆ ਹੈ, ਜਿਨ੍ਹਾਂ ਨੇ ਅਲਾਏ ਤੋਂ ਭਾਵ ਹੈ ਕਹਿਣਾ, ਜਿਨ੍ਹਾਂ ਨੇ ਤੇਰੇ ਨਾਮ ਨੂੰ ਆਖਿਆ ਹੈ, ਤੇਰਾ ਸਦੜਾ ਸੁਣੀਜੈ, ਉਹਨਾਂ ਦੇ ਕੋਲੋਂ ਮੈਨੂੰ ਤੇਰਾ ਉਪਦੇਸ਼ ਸੁਣਨਾ ਕਰੇ। ਰਹਾਓ ਜੈਸਾ ਬੀਜੈ ਸੋ ਲੁਣੈ, ਜੋ ਖੱਟੇ ਸੋ ਖਾਏ। ਜਿਵੇਂ ਕਿਸਾਨ ਨੇ ਆਪਣੀ ਜ਼ਮੀਨ ਦੇ ਵਿੱਚ ਜਿਹੜਾ ਬੀਜ ਬੀਜਿਆ ਹੈ ਉਹਨੂੰ ਫਸਲ ਉਹੀ ਵੱਢਣੀ ਪੈਣੀ ਹੈ। ਬੀ ਇੱਕ ਬੀਜਿਆ ਹੈ, ਫਲ 10 ਗੁਣਾ ਵੱਧ ਮਿਲਣਾ। ਕਣਕ ਦਾ ਇੱਕ ਬੀਜ ਬੀਜੀਦਾ ਨਾ, ਕਿੱਡਾ ਲੰਮਾ ਸਿੱਟਾ ਲੱਗਦਾ, ਉਹ ਸਿੱਟੇ ਵਿੱਚ ਕਿੰਨੇ ਦਾਣੇ ਹੁੰਦੇ। ਜਾਂ ਆਪਾਂ ਕਹਿ ਲਈਏ ਅੰਬ ਦਾ ਇੱਕ ਬੂਟਾ ਲਾਇਆ ਤੇ ਕਿੰਨੇ ਅੰਬ ਲੱਗੇ। ਮਹਾਰਾਜ ਬਚਨ ਕਰਦੇ ਜਿਹੋ ਜਿਹਾ ਬੀਜ ਬੀਜੇਗਾ ਨਾ ਉਹੋ ਜਿਹਾ ਫਲ ਵੀ ਉਹਨਾਂ ਨਹੀਂ, ਉਹ ਤੋਂ ਕਈ ਗੁਣਾ ਵੱਧ ਕੇ ਹੀ ਆਵੇਗਾ। ਇਹ ਤੇਰਾ ਸਰੀਰ ਇੱਕ ਧਰਤੀ ਹੈ, ਇਸ ਧਰਤੀ ਵਿੱਚ ਜੋ ਬੀਜਿਆ ਜਿਸ ਤਰ੍ਹਾਂ ਦਾ ਤੂੰ ਬੀਜੇਗਾ ਸੋ ਲੁਣੈ, ਵੱਢਣਾ ਵੀ ਤੈਨੂੰ ਉਹੀ ਪੈਣਾ ਹੈ। ਜੋ ਖੱਟੇ ਸੋ ਖਾਏ, ਜਿਹੜੀ ਆਪਾਂ ਖੱਟੀ ਕਮਾਈ ਕੀਤੀ ਹੈ ਨਾ, ਛਕਦੇ ਵੀ ਆਪਾਂ ਉਹੀ ਆ। ਜਿਸ ਤਰ੍ਹਾਂ ਦੀ ਚੰਗੀ ਮਾੜੀ ਤੂੰ ਖੱਟੀ ਕਮਾਈ ਕੀਤੀ ਹੈ, ਪਾਪ ਕੀਤੇ ਪੁੰਨ ਕੀਤੇ, ਭਲਾ ਕੀਤਾ ਮਾੜਾ ਕੀਤਾ, ਉਹੋ ਜਿਹਾ ਫਲ ਅੱਜ ਨਹੀਂ ਤੇ ਕੱਲ ਤੈਨੂੰ ਭੁਗਤਣਾ ਪਵੇਗਾ। ਜਦੋਂ ਬੰਦੇ ਦੀ ਗੁੱਡੀ ਚੜ੍ਹ ਜਾਂਦੀ ਹੈ ਨਾ, 4 ਪੈਸੇ ਕੋਲ ਆ ਗਏ, ਬੰਦਾ ਦੇਸ਼ ਵਿਦੇਸ਼ ਚਲੇ ਗਿਆ, ਉਦੋਂ ਬੰਦੇ ਨੂੰ ਰੱਬ ਨਹੀਂ ਯਾਦ ਰਹਿੰਦਾ। ਪਰ ਜਦੋਂ ਬੰਦੇ ਤੇ ਬਿਪਤਾ ਪੈਂਦੀ ਹੈ ਫਿਰ ਬੰਦਾ ਸੋਚਦਾ ਵੀ ਬਿਪਤਾ ਪਈ ਕਿਉਂ ਹੈ, ਦੁੱਖ ਕਿਉਂ ਆਇਆ ਹੈ। ਮਹਾਰਾਜ ਕਹਿਣ ਲੱਗੇ ਜਿਸ ਤਰ੍ਹਾਂ ਦਾ ਬੀਜ ਬੀਜੇਗਾ ਅੱਜ ਨਹੀਂ ਤੇ ਕੱਲ ਉਹਦਾ ਫਲ ਭੋਗਣਾ ਹੀ ਪੈਣਾ ਹੈ। ਜਿਸ ਤਰ੍ਹਾਂ ਦੀ ਖੱਟੀ ਕੀਤੀ ਹੈ, ਪਾਪ ਦੀ ਖੱਟੀ ਕੀਤੀ ਹੈ ਕਿ ਪੁੰਨ ਦੀ ਕੀਤੀ ਹੈ, ਭਲੇ ਦੀ ਕੀਤੀ ਹੈ ਕਿ ਮਾੜੇ ਦੀ ਕੀਤੀ ਹੈ, ਸੋ ਖਾਏ, ਉਸ ਤਰ੍ਹਾਂ ਦਾ ਫਲ ਤੈਨੂੰ ਖਾਣਾ ਪਵੇਗਾ। ਅੱਗਾ ਪੁੱਛ ਨਾ ਹੋਵੇ, ਜੇ ਸਣ ਨਿਸ਼ਾਨ ਜਾਏ। ਜਿਹੜਾ ਨਾਮ ਰੂਪੀ ਨਿਸ਼ਾਨ ਲੈ ਕੇ ਜਾਏਗਾ, ਨਾਮ ਦਾ ਝੰਡਾ ਲੈ ਕੇ ਜਾਏਗਾ ਨਾ ਆਪਣੇ ਨਾਲ, ਉਹਨੂੰ ਫਿਰ ਅੱਗੇ ਪਰਲੋਕ ਵਿੱਚ ਪੁੱਛਿਆ ਨਹੀਂ ਜਾਣਾ ਵੀ ਤੂੰ ਭਾਈ ਕਿੱਥੋਂ ਆਇਆ ਤੇ ਕਿਉਂ ਆਇਆ ਤੇ ਕੀ ਕਰਕੇ ਆਇਆ। ਦੇਸ਼ ਦਾ ਝੰਡਾ ਹੱਥ ਵਿੱਚ ਫੜਿਆ ਹੋਇਆ ਨਾ, ਤੇ ਫੌਜ ਦਾ ਕੋਈ ਅਫਸਰ ਜਾਂਦਾ ਪਿਆ ਗੱਡੀ ਲੈ ਕੇ ਤੇ ਉਹਨੂੰ ਰਸਤੇ ਵਿੱਚ ਕੋਈ ਰੋਕ ਟੋਕ ਨਹੀਂ ਸਕਦਾ। DTO ਖਲੋਤਾ, RTO ਖਲੋਤਾ, ਗੱਡੀਆਂ ਚੈੱਕ ਹੁੰਦੀਆਂ ਪਈਆਂ, ਦੂਜਿਆਂ ਦੇ ਚਲਾਨ ਹੁੰਦੇ ਪਏ। ਪਰ ਆਰਮੀ ਦੀ ਗੱਡੀ ਅੱਗੇ ਦੇਸ਼ ਦਾ ਝੰਡਾ ਲੱਗਾ, ਉਹਨੂੰ ਕਿਸੇ ਨਹੀਂ ਪੁੱਛਿਆ ਵੀ ਕਾਗਜ਼ ਪੱਤਰ ਹੈ ਕਿ ਕਿੱਧਰੋਂ ਆਇਆ ਤੇ ਕਿੱਧਰ ਜਾ ਰਿਹਾ। ਉਹਦਾ ਤਾਲੁਕਾਤ ਬਾਦਸ਼ਾਹ ਦੇ ਨਾਲ ਹੈ। ਮਹਾਰਾਜ ਕਹਿੰਦੇ ਇਹ ਤੇ ਦੁਨੀਆ ਦੀ ਉਦਾਹਰਣ ਹੈ। ਜੇ ਤੂੰ ਗੁਰੂ ਦਾ ਝੰਡਾ ਫੜੇਗਾ ਨਾ, ਗੁਰੂ ਦਾ ਨਾਮ ਨੂੰ ਜਪੇਗਾ, ਤੈਨੂੰ ਵੀ ਕਿਸੇ ਨੇ ਨਹੀਂ ਪੁੱਛਣਾ। ਲੋਕ ਤੈਨੂੰ ਸਲਾਮਾਂ ਹੀ ਕਰਨਗੇ, ਨਮਸਕਾਰਾਂ ਹੀ ਕਰਨਗੇ। ਦੂਜੀਆਂ ਪਾਪੀਆਂ ਪੁੰਨੀਆਂ ਦਾ ਤੇ ਹਿਸਾਬ ਕਿਤਾਬ ਹੋਵੇਗਾ ਧਰਮਰਾਜ ਦੇ ਕੋਲ।
ਪਰ ਤੇਰਾ ਹਿਸਾਬ ਕਿਤਾਬ ਰਹਿਣਾ ਹੀ ਕਿਸੇ ਕੋਲ ਨਹੀਂ, ਤੂੰ ਮੁਕਤ ਹੋ ਜਾਣਾ ਹੈ। ਤੈਸੋ ਜੈਸਾ ਕਾਢੀਐ ਜੈਸੀ ਕਾਰ ਬੰਦਾ ਕਮਾਏ। ਜਿਸ ਤਰ੍ਹਾਂ ਦੇ ਕੰਮ ਕਰਦਾ ਹੈ ਉਹੋ ਜਿਹੇ ਫਿਰ ਉਸ ਨੂੰ ਕੱਢਿਆ ਜਾਂਦਾ, ਉਹੋ ਜਿਹੇ ਫਲ ਉਸ ਨੂੰ ਮਿਲਦੇ ਹਨ। ਜੋ ਦਮ ਚਿਤ ਨ ਆਵੇ ਸੋ ਦਮ ਬਿਰਥਾ ਜਾਏ। ਗੁਰਮੁਖੋ ਅਸੀਂ ਤੇ ਕਿਤੇ ਇੱਕ ਵਾਰੀ ਨਿਤਨੇਮ ਕਰ ਲਈਏ ਨਾ ਤੇ ਅਸੀਂ ਫੁੱਲੇ ਨਹੀਂ ਸਮਾਉਂਦੇ ਵੀ ਅੱਜ ਮੈਂ ਨਿਤਨੇਮ ਕਰ ਲਿਆ ਹੈ। ਇੱਕ ਦਿਨ ਮੱਥਾ ਟੇਕ ਲਿਆ ਤੇ ਅਸੀਂ ਦੂਜਿਆਂ ਨੂੰ ਕਹਿੰਦੇ ਮੱਥਾ ਟੇਕ ਆਇਆ। ਸਤਿਗੁਰੂ ਕਹਿੰਦੇ ਜੋ ਦਮ ਚਿਤ ਨਾ ਆਵੇ, ਜਿਹੜੇ ਸਾਹ ਵਿੱਚ ਤੈਨੂੰ ਰੱਬ ਚੇਤੇ ਨਹੀਂ ਨਾ ਆਇਆ ਸੋ ਦਮ ਬਿਰਥਾ ਜਾਏ, ਉਹ ਤੇਰਾ ਬੰਦਿਆ ਸਾਹ ਖਾਲੀ ਚਲੇ ਗਿਆ। ਤੇ ਸਾਡੇ ਕਿੰਨੇ ਸਾਹ ਖਾਲੀ ਚਲੇ ਗਏ, ਬਹੁਤੇ ਹੀ ਖਾਲੀ ਚਲੇ ਗਏ, ਸਫਲਾ ਤੇ ਕੋਈ ਹੈ। ਅਸੀਂ ਘਾਟੇ ਨੂੰ ਜਾ ਰਹੇ ਹਾਂ, ਜੇ ਘਾਟੇ ਨੂੰ ਜਾਈਏ ਫਿਰ ਖੁਸ਼ੀ ਨਹੀਂ ਮਨਾਉਣੀ ਚਾਹੀਦੀ। ਸਤਿਗੁਰੂ ਕਹਿਣ ਲੱਗੇ ਜਿਹੜੇ ਦਮ ਨਾਲ ਤੂੰ ਚੇਤੇ ਨਹੀਂ ਆਇਆ ਉਹ ਦਮ ਘਾਟੇ ਵਿੱਚ ਹੈ। ਇਹੋ ਤਨ ਵੇਚੀ ਬੈ ਕਰੀ ਜੇ ਕੋ ਲੈ ਵਿਕਾਏ। ਜੇ ਕੋਈ ਸਾਧੂ ਸੰਤ ਮੇਰਾ ਇਹ ਸਰੀਰ, ਬੈ ਤੋਂ ਭਾਵ ਹੁੰਦਾ ਮੁੱਲ ਕਰਕੇ ਤੇ ਲੈ ਲਵੇ ਮੇਰੇ ਕੋਲੋਂ। ਕਾਹਦੇ ਵਾਸਤੇ? ਜੇ ਕੋਈ ਲੈ ਵਿਕਾਏ, ਮੇਰਾ ਸਰੀਰ ਮੈਂ ਵੇਚ ਦਿਆਂ ਪਰ ਵੇਚ ਕੇ ਨਾਮ ਲੈ ਲਵਾਂ। ਕੋਈ ਹੈ ਇਹੋ ਜਿਹਾ ਸੰਤ ਦੁਨੀਆ ਤੇ ਸਾਧੂ ਜਿਹੜਾ ਮੇਰਾ ਸਰੀਰ ਲੈ ਲਵੇ ਔਰ ਉਹਦੇ ਵੱਟੇ ਮੈਨੂੰ ਨਾਮ ਦੇ ਦੇਵੇ। ਜੇ ਕਿਤੇ ਇਹੋ ਜਿਹਾ ਸੌਦਾ ਹੁੰਦਾ ਹੋਵੇ ਨਾ ਤੇ ਮੈਂ ਤੇ ਮਿੰਟ ਵੀ ਨਾ ਲਾਵਾਂ, ਸੋਚਾਂ ਵੀ ਨਾ, ਕਿਸੇ ਦੀ ਸਲਾਹ ਵੀ ਨਾ ਲਵਾਂ, ਝੱਟ ਹੀ ਆਪਣਾ ਸਰੀਰ ਦੇ ਕੇ ਤੇ ਨਾਮ ਲੈ ਲਵਾਂ। ਕੋਈ ਇਸ ਤਰ੍ਹਾਂ ਦੀ ਦਾਤ ਮੈਨੂੰ ਦੇਣੀ ਕਰੇ। ਨਾਨਕ ਕੰਮ ਨ ਆਵਈ ਜੇ ਤਨ ਨਾਹੀ ਸੱਚਾ ਨਾਉ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਸਰੀਰਾਂ ਦੇ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਹੈ ਨਾ, ਇਹ ਤਨ ਕਿਸੇ ਕੰਮ ਨਹੀਂ ਆਉਣਾ, ਸਰੀਰ ਕਿਸੇ ਕੰਮ ਨਹੀਂ ਆਉਣਾ। ਪਸ਼ੂ ਦਾ ਸਰੀਰ ਤੇ ਫਿਰ ਵੀ ਕੰਮ ਆ ਜਾਂਦਾ, ਬੰਦੇ ਦਾ ਚਮੜਾ ਕਿਸੇ ਕੰਮ ਨਹੀਂ ਆਉਂਦਾ। ਨਾਨਕ ਕੰਮ ਨਾ ਆਵੇ, ਇਹ ਸਰੀਰ ਤੇਰਾ ਕੰਮ ਕੋਈ ਨਹੀਂ ਆਉਣਾ। ਜਿਤ ਤਨ ਨਾ ਹੀ ਸੱਚਾ ਨਾਉ, ਜਿਸ ਤਨ ਨੇ ਸੱਚੇ ਨਾਮ ਨੂੰ ਨਹੀਂ ਜਪਿਆ ਉਹ ਤਨ ਕਿਸੇ ਕੰਮ ਦਾ ਨਹੀਂ, ਵਿਅਰਥ ਹੈ, ਖਾਲੀ ਚਲੇ ਗਿਆ। ਲੋਕ ਵੀ ਡਰਦੇ ਉਹਦੇ ਕੋਲੋਂ ਵੀ ਇਹ ਭੂਤਨਾ ਹੀ ਬਣਿਆ ਹੋਵੇਗਾ। ਸਤਿਗੁਰੂ ਕਹਿਣ ਲੱਗੇ ਨਾਮ ਜਪ ਤਾਂ ਇਹ ਸਰੀਰ ਸਫਲਾ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਪਰਿਵਾਰ ਵੱਲੋਂ ਸਹਿਜ ਪਾਠ ਸਾਹਿਬ ਕੀਤੇ ਹੋਏ ਨੇ। ਆਪਾਂ ਹੁਣ ਭੋਗ ਦੇ ਸ਼ਲੋਕ ਸਰਵਣ ਕਰਾਂਗੇ, ਉਪਰੰਤ ਕੀਰਤਨ ਸਰਵਣ ਕਰਾਂਗੇ। ਦਿਓ ਸੱਜਣਾ ਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਇਹੋ ਤਨ ਵੇਚੀ ਬੈ ਕਰੀ ਜੇ ਕੋ ਲੈ ਵਿਕਾਏ। ਨਾਨਕ ਕੰਮ ਨ ਆਵਈ ਜੇ ਤਨ ਨਾਹੀ ਸੱਚਾ ਨਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।